ਵੀ ਜਿਹੜਾ ਤੁਹਾਡੇ ਹਲਕੇ ਦਾ ਕੋਈ ਮੁੰਡਾ ਉੱਠਿਆ ਨਵਾਂ ਜਿਹੜਾ ਵਧੀਆ ਬੋਲਦਾ ਉਹਦੀ ਤੁਹਾਨੂੰ ਸਪੋਰਟ ਕਰਨੀ ਚਾਹੀਦੀ ਆ, ਉਹਦੇ ਨਾਲ ਰਲ ਕੇ ਚੱਲਣਾ ਚਾਹੀਦਾ, ਉਹਨੂੰ ਅੱਗੇ ਕਰਨਾ ਚਾਹੀਦਾ। ਸਾਡੇ ਉਲਟ ਇਹ ਹੁੰਦਾ ਜਿਹੜਾ ਚੰਗਾ ਬੁਲਾਰਾ ਬਣਦਾ ਉਹਦੇ ਤੋਂ ਇੰਨੀ ਜੈਲਸੀ ਕਰਨ ਲੱਗ ਜਾਂਦੇ ਨੇ, ਉਹਨਾਂ ਨੂੰ ਇਹ ਲੱਗਦਾ ਵੀ ਯਾਰ ਇਹ ਕਿਤੇ ਗਾਂਹ ਹੀ ਨਾ ਲੰਘ ਜੇ, ਭੋਗ ਤੇ ਆ ਜਾਵੇ ਜਾਂ ਐਮਐਲਏ ਮੇਰੇ ਰਾਈਫਲ ਦਾ ਲਾਇਸੈਂਸ ਬਣਾ ਦੇਵੇ, ਐਮਐਲਏ ਸਾਡੇ ਵਿਆਹ ਤੇ ਆ ਜਾਵੇ, ਤਾਂ ਐਮਐਲਏ ਕਦੇ ਵੀ ਕੰਮ ਨਹੀਂ ਕਰੂਗਾ ਜਦੋਂ ਤੱਕ ਤੁਸੀਂ ਉਹਨੂੰ ਸਵਾਲ ਕਰਨਾ ਨਹੀਂ ਸ਼ੁਰੂ ਕਰਨਗੇ। ਕੁੰਡਲੀ ਬਾਰਡਰ ਤੇ ਉਹਨਾਂ ਚੋਂ ਮੁਰਦਾਬਾਦ ਦੇ ਨਾਅਰੇ ਜਦੋਂ ਲੱਗੇ ਆ ਕੋਈ ਖਾਸ ਨਾਮਾਂ ਨੂੰ ਲੈ ਕੇ, ਤਾਂ ਉਹ ਮੈਨੂੰ ਲੱਗਦਾ ਵੀ ਗਲਤ ਸੀ। ਉਹ ਨਹੀਂ ਇੱਕਦਮ ਤੁਸੀਂ ਕਿਸੇ ਨੂੰ ਮੁਰਦਾਬਾਦ ਨਹੀਂ ਕਹਿ ਸਕਦੇ। ਦੋ ਪਹੀਏ ਹੈ, ਇੱਕ ਹੈਗਾ ਬਜ਼ੁਰਗਾਂ ਦਾ, ਇੱਕ ਹੈਗਾ ਨੌਜਵਾਨਾਂ ਦਾ। ਬਜ਼ੁਰਗਾਂ ਕੋਲੇ ਤਜਰਬਾ ਹੈ, ਨੌਜਵਾਨਾਂ ਕੋਲੇ ਜੋਸ਼ ਹੈ। ਇਹ ਦੋ ਪਹੀਆਂ ਤੋਂ ਬਿਨਾਂ ਤੁਰ ਹੀ ਨਹੀਂ ਸਕਦਾ। ਜੇ ਇੱਕ ਪਹੀਆ ਨਾਲ ਨਹੀਂ ਹੋਊਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਗੱਡਾ ਅੱਗੇ ਤੁਰੂਗਾ। ਜੇ ਇੱਕ ਨੌਜਵਾਨਾਂ ਦੀ ਜਥੇਬੰਦੀ ਵਿੱਚ ਆ ਜਾਂਦੀ ਤਾਂ 33 ਹੋ ਜਾਂਦੀ, ਕੋਈ ਫਰਕ ਤਾਂ ਪੈਣਾ ਨਹੀਂ ਸੀਗਾ। ਭਗਤ ਸਿਆਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ। ਕਿਸਾਨੀ ਅੰਦੋਲਨ ਦੇ ਵਿੱਚ ਭਗਤ ਸਿੰਘ ਦੇ ਨਾਮ ਦਾ ਇਹ ਨਾਰਾ ਹਮੇਸ਼ਾ ਹੀ ਬੁਲੰਦ ਰਿਹਾ। ਦੇਸ਼ ਨੂੰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦੇਣ ਵਾਲੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਹੁਣਾਂ ਦਾ ਅੱਜ ਸ਼ਹੀਦੀ ਦਿਨ ਬੰਗਾ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਔਰ ਕਿਸਾਨ ਜਥੇਬੰਦੀਆਂ ਵੱਲੋਂ ਮਹਾਸਭਾ ਕੀਤੀ ਗਈ ਔਰ ਨੌਜਵਾਨੀ ਲਗਾਤਾਰ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਹੈ। ਸਾਡੇ ਕਲਾਕਾਰ ਲਗਾਤਾਰ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਨੇ ਤੇ ਜਦੋਂ ਅਸੀਂ ਕਲਾਕਾਰਾਂ ਦੀ ਗੱਲ ਕਰਦੇ ਹਾਂ ਤੇ ਜਸ ਬਾਜਵਾ ਹੁਣਾਂ ਦਾ ਨਾਮ ਨਾ ਆਵੇ ਇਹ ਹੋ ਨਹੀਂ ਸਕਦਾ, ਕਿਉਂਕਿ ਸ਼ੁਰੂਆਤੀ ਦੌਰ ਤੋਂ ਹੀ ਇਸ ਅੰਦੋਲਨ ਦੇ ਨਾਲ ਜੁੜੇ ਵੀ ਔਰ ਇਸ ਅੰਦੋਲਨ ਨੂੰ ਲਗਾਤਾਰ ਆਪਣਾ ਸਮਾਂ ਦੇ ਕੇ ਇਸ ਨੂੰ ਪ੍ਰਚਾਰਿਆ ਵੀ। ਸੋ ਜਸ ਬਾਜਵਾ ਸਾਡੇ ਨਾਲ ਨੇ। ਜਸ, ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਟੀਵੀ ਤੇ। ਬਹੁਤ ਮਿਹਰਬਾਨੀ, ਧੰਨਵਾਦ ਜੀ। ਸੋ ਅੱਜ ਜਿਸ ਤਰ੍ਹਾਂ ਦੇ ਨਾਲ ਬੰਗਾ ਦੇ ਵਿੱਚ ਜੋ ਖਟਕੜ ਕਲਾਂ ਦੇ ਵਿੱਚ ਪਹਿਲਾਂ ਮਹਾਸਭਾ ਕੀਤੀ ਜਾਣੀ ਸੀ, ਪਰ ਅੱਜ ਬੰਗਾ ਦੇ ਵਿੱਚ ਕੀਤੀ ਗਈ ਆ, ਇਸ ਨੂੰ ਦੇਖ ਕੇ ਨੌਜਵਾਨਾਂ ਦਾ ਜੋ ਜੋਸ਼ ਸੀਗਾ ਉਸ ਨੂੰ ਦੇਖ ਕੇ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਕੀ ਆ ਰਿਹਾ? ਅਸਲ 'ਚ ਜਿਹੜੀ ਲੋਕੇਸ਼ਨ ਹੈ ਉਹ ਤਾਂ ਚੇਂਜ ਹੋ ਗਈ ਕਿਉਂਕਿ ਸਵੇਰੇ ਵੈਦਰ ਇੱਕਦਮ ਖਰਾਬ ਹੋ ਗਿਆ। ਇਹਦੇ ਪਿੱਛੇ ਸਾਡੀ ਮਤਲਬ ਪਿਛਲੇ ਵੀਕ ਤੋਂ ਤਿਆਰੀ ਚੱਲਦੀ ਸੀ, ਪਿਛਲੇ ਹਫਤੇ ਦੀ। ਤੋਜ ਬਾਈ ਹੋ ਗਏ, ਵੱਡੇ ਬਾਈ ਬੱਬੂ ਮਾਨੂਨੀ ਹੋ ਗਏ, ਸਾਰੇ ਕਲਾਕਾਰ ਭਾਈਚਾਰੇ ਦਾ ਕਿ ਆਪਾਂ ਇੱਕ ਐਸੀ ਕੋਈ ਮਹਾਸਭਾ ਜਾਂ ਰੈਲੀ ਕਰੀਏ। ਉਹ ਵੀ ਫਿਰ ਦਿਨ ਬਹੁਤ ਡਿਸਾਈਡ ਕੀਤਾ ਕਿ ਅੱਗੇ ਸਰਦਾਰ ਭਗਤ ਸਿੰਘ ਉਹਨਾਂ ਦਾ ਸ਼ਹੀਦੀ ਦਿਵਸ ਆ ਰਿਹਾ, ਰਾਜਗੁਰੂ ਸੁਖਦੇਵ ਉਹਨਾਂ ਦਾ, ਕਿ ਇੱਦੋਂ ਵਧੀਆ ਦਿਨ ਕੋਈ ਹੋਰ ਹੋ ਨਹੀਂ ਸਕਦਾ ਕਿ ਜਿੱਥੋਂ ਏਕੇ ਦੀ ਭਾਈਵਾਲਤਾ ਦਾ ਸੰਦੇਸ਼ ਲੋਕਾਂ 'ਚ ਜਾਵੇ ਕਿ ਜਥੇਬੰਦੀਆਂ ਤੇ ਨੌਜਵਾਨ ਵਰਗ ਜਿਹੜਾ ਪਿਛਲੇ ਦਿਨਾਂ 'ਚ ਇੱਕ ਮੁੱਦਾ ਬਣ ਗਿਆ ਸੀ ਲੋਕਾਂ ਦੇ ਲਈ ਵੀ, ਚਾਹੇ ਉਹ ਮੀਡੀਆ ਦੇ ਲਈ ਵੀ, ਕਿ ਇਹ ਵੱਖ-ਵੱਖ ਹੋ ਗਏ, ਧੜੇਬਾਜ਼ੀ ਬਣ ਗਈ, ਇਹ ਉੱਧਰ ਅੱਧੇ ਉੱਧਰ ਚਲੇ ਗਏ। ਕਿਤੇ ਨਾ ਕਿਤੇ ਜਿਹੜੇ ਕਲੈਸ਼ ਸੀ ਇਹਨਾਂ ਨੂੰ ਕਲੀਅਰ ਕਰਨ ਦਾ ਇੱਕ ਮੈਨੂੰ ਲੱਗਦਾ ਵੀ ਇਹ ਇੱਕ ਚੰਗਾ ਉਪਰਾਲਾ ਅੱਜ ਇਸ ਮੰਚ ਤੋਂ ਕੀਤਾ ਗਿਆ, ਜਿੱਥੇ ਜਥੇਬੰਦੀਆਂ ਦੇ ਸੀਨੀਅਰ ਆਗੂ ਜਿਨ੍ਹਾਂ 'ਚ ਡੱਲੇਵਾਲ ਸਾਹਿਬ, ਰਾਜੇਵਾਲ ਸਾਹਿਬ, ਡਾਕਟਰ ਦਰਸ਼ਨਪਾਲ ਹੋਣੀ, ਸਾਰੇ ਰਾਏ ਸਾਹਿਬ, ਉੱਧਰੋਂ ਚਾਹੇ ਸਿੱਖ ਚਿੰਤਕ ਜਥੇਬੰਦੀਆਂ ਹੋ ਗਈਆਂ ਹੁਣ ਉਹ ਵੀ ਸੀ, ਉੱਧਰੋਂ ਨੌਜਵਾਨਾਂ ਦੀਆਂ ਜਥੇਬੰਦੀਆਂ, ਕਬੱਡੀ ਵਾਲੇ ਵੀਰ, ਹਰ ਇੱਕ ਵਰਗ ਹੈ ਜਿਹੜਾ ਇਸ ਮੰਚ 'ਤੇ ਅੱਜ ਇਕੱਤਰ ਹੋਇਆ, ਇਕੱਠੇ ਹੋਏ। ਤਾਂ ਇੱਕ ਬਹੁਤ ਵਧੀਆ ਮੀਡੀਆ 'ਚ ਵੀ ਤੇ ਸਾਰੇ ਪੰਜਾਬ ਦੇ ਲੋਕਾਂ 'ਚ ਇੱਕ ਚੰਗਾ ਇੱਕ ਸੰਦੇਸ਼ ਗਿਆ ਕਿ ਸਾਰੇ ਇਹ ਇਕੱਠੇ ਹੈ। ਹਰ ਇੱਕ ਮੀਡੀਆ ਚੈਨਲ ਨੇ, ਉੱਥੇ ਵੀ ਮੇਰੇ ਤੋਂ 2-3 ਜਣਿਆਂ ਨੇ ਕੁਐਸਚਨ ਪੁੱਛਿਆ ਕਿ ਅੱਜ ਦੀ ਰੈਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ। ਤਾਂ ਮੈਨੂੰ ਲੱਗਦਾ ਵੀ ਜਿਹੜੇ ਮਾੜੇ ਮੋਟੇ ਬਖਰੇਵੇਂ ਕਿਤੇ ਨਾ ਕਿਤੇ ਲੋਕਾਂ 'ਚ ਨੋਕ ਝੋਕ ਜਾਂਦੇ ਸੀ ਕਿ ਇਹ ਧੜਾ ਬਣ ਗਿਆ, ਇਹ ਅੱਜ ਉਹ ਕਲੀਅਰ ਹੋ ਗਏ। 1-2 ਰੈਲੀਆਂ ਇਹੋ ਜਿਹੀਆਂ ਹੋਰ ਹੋਈਆਂ ਤਾਂ ਜਿਵੇਂ ਸਾਡਾ ਅੰਦੋਲਨ ਪਹਿਲਾਂ ਬਿਲਕੁਲ ਜਿਹੜੇ ਜੋਸ਼ੋ ਗਰਮੀ ਦੇ ਨਾਲ ਲੱਗਿਆ ਸੀ ਉਸੇ ਟਰੈਕ 'ਤੇ ਦੁਬਾਰੇ ਮਾਹੌਲ 'ਚ ਫੇਰ ਆ ਜਾਊਗਾ ਜੀ। ਸੋ ਲੱਗ ਰਿਹਾ ਕਿ ਇੱਕ ਢੁਕਵਾਂ ਸਮਾਂ ਸੀ ਤੇ ਉਸ ਦਾ ਪੂਰਾ ਫਾਇਦਾ ਲਿਆ ਗਿਆ ਆ। ਔਰ ਕਿਵੇਂ ਅੱਜ ਦਾ ਪੂਰਾ ਇਵੈਂਟ ਤੁਸੀਂ ਵੀ ਦੇਖਿਆ ਹੈਗਾ, ਮਨ ਦੇ ਭਾਵ ਕੀ ਨੇ? ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਲੱਗ ਰਿਹਾ ਕਿ ਅੱਗੇ ਫਿਰ ਉਹੀ ਜਿਹੜਾ ਅੰਦੋਲਨ ਆ ਮੁੜ ਸੁਰਜੀਤ ਹੋ ਜਾਵੇਗਾ, ਉਸੇ ਤਰ੍ਹਾਂ ਦਾ ਜਜ਼ਬਾ ਜਿਹੜਾ ਜਾਗ ਪਵੇਗਾ। ਸੋ ਵਾਕਈ ਇੱਦਾਂ ਦੇ ਅਸਾਰ ਅੱਜ ਮਹਿਸੂਸ ਹੋਏ ਨੇ। ਬਿਲਕੁਲ। ਜਿੱਦਾਂ ਵੱਡੀ ਗੱਲ ਇਹ ਆ ਕਿ ਜਿੱਦਾਂ ਲੋਕਾਂ ਦਾ ਉੱਥੇ ਉਤਸ਼ਾਹ ਦੇਖਣ ਨੂੰ ਮਿਲਿਆ, ਵੱਡੀ ਗਿਣਤੀ 'ਚ, ਨਾਲੇ ਮੀਂਹ ਵੀ ਪੈ ਗਿਆ ਸੀ ਸਵੇਰੇ, ਇੱਕ ਲੋਕੇਸ਼ਨ ਵੀ ਚੇਂਜ ਹੋ ਗਈ ਸੀ, ਤਾਂ ਵੀ ਇਕੱਠ ਕਈ ਵਾਰੀ ਟੁੱਟ ਜਾਂਦਾ, ਪਰ ਫਿਰ ਵੀ ਉੱਥੇ ਬਹੁਤ ਵੱਡੀ ਗਿਣਤੀ 'ਚ ਲੋਕਾਂ ਦਾ ਹਜੂਮ ਇਕੱਠ ਉੱਥੇ ਪਹੁੰਚਿਆ। ਤੇ ਅੱਜ ਹਰ ਇੱਕ ਵਰਗ ਹੈ ਜਿਹੜਾ ਉਹ ਚਿੰਤਤ ਹੈ ਇਸ ਵਿਸ਼ੇ ਨੂੰ ਲੈ ਕੇ, ਇਸ ਸੰਘਰਸ਼ ਨੂੰ ਲੈ ਕੇ,
ਕਿ ਆਉਣ ਵਾਲੇ ਦਿਨਾਂ 'ਚ ਸਿੱਟੇ ਜਾਂ ਰਿਜ਼ਲਟ ਕੀ ਨਿਕਲੂਗਾ। ਸੋ ਲੋਕਾਂ ਦਾ ਉਤਸ਼ਾਹ ਇਹ ਦੱਸ ਰਿਹਾ ਸੀ ਕਿ ਸਾਡੀ ਜਿਹੜੀ ਜਿੱਤ ਹੈ ਉਹ ਯਕੀਨੀ ਹੈ। ਜਿੱਤ ਨੂੰ ਹੋਰ ਯਕੀਨੀ ਕਿਵੇਂ, ਜਿੱਤ 'ਤੇ ਮੋਹਰ ਕਿਵੇਂ ਲਾਉਣੀ ਹੈ, ਉਹ ਪਹਿਲੇ ਦਿਨ ਤੋਂ ਹੀ ਸਾਡੇ ਤਾਂ ਸੀਨੀਅਰ ਨੇ, ਬੱਬੂ ਬਾਈ ਉਹਨੇ ਜਿੰਨੀ ਵਾਰੀ ਵੀ ਸਟੇਜਾਂ 'ਤੇ ਗਏ ਨੇ ਉਹਨਾਂ ਨੇ ਇੱਕੇ ਦੀ ਹੀ ਗੱਲ ਕੀਤੀ ਹੈ ਕਿ ਜਦੋਂ ਤੱਕ ਤੁਸੀਂ ਇੱਕ ਹੋ ਉਦੋਂ ਤੱਕ ਤੁਸੀਂ ਇਹ ਸੰਘਰਸ਼ ਜਿੱਤਿਆ ਹੋਇਆ। ਜਦੋਂ ਤੁਸੀਂ ਵੱਖ-ਵੱਖ ਹੋ ਗਏ ਜਾਂ ਕੁਛ ਆਪਸੀ ਮਤਭੇਦ ਵਖਰੇਵੇਂ ਹੋ ਗਏ ਉਦੋਂ ਥੋੜ੍ਹਾ ਜਿਹਾ ਟਫ ਹੋ ਜਾਂਦਾ ਹੈ ਕਿ ਹੁਣ, ਕਿਉਂਕਿ ਸਰਕਾਰਾਂ ਨੂੰ ਬਹੁਤ ਮੌਕੇ ਮਿਲ ਜਾਂਦੇ ਆ ਤੁਹਾਡੀਆਂ ਵੀਕਨੈਸ ਦੱਬਣ ਦੇ। ਤਾਂ ਅੱਜ ਦੁਬਾਰੇ ਫਿਰ ਤੋਂ ਹਰ ਇੱਕ ਵਰਗ ਨੇ ਇਕੱਠੇ ਹੋ ਕੇ ਜਿਹੜਾ ਇਹ ਹਮਲਾ ਮਾਰਿਆ, ਇੱਥੋਂ ਏਕੇ ਦਾ ਇੱਕ ਸੰਕੇਤ ਗਿਆ ਜਿਹੜਾ ਆਉਣ ਵਾਲੇ ਦਿਨਾਂ 'ਚ ਬਹੁਤ ਵਧੀਆ ਤੇ ਚੰਗਾ ਪੋਜ਼ਿਟਿਵ ਜਿਹਦਾ ਰਿਸਪੌਂਸ ਸਾਨੂੰ ਆਉਣ ਵਾਲੇ ਦਿਨਾਂ 'ਚ ਦਿੱਲੀ ਦੇ ਮੋਰਚਿਆਂ 'ਤੇ ਮਿਲੂਗਾ। ਬਿਲਕੁਲ, ਮੌਸਮ ਵੀ ਇੱਕ ਵਾਰੀ ਬੱਦਲਵਾਹੀ ਹੋ ਕੇ ਸਾਫ਼ ਹੋਇਆ ਤੇ ਉਸੇ ਤਰ੍ਹਾਂ ਦੇ ਮਤਭੇਦ ਜਿਹੜੇ ਨੇ ਉਹ ਵੀ ਸਾਫ਼ ਹੋਏ ਨਜ਼ਰ ਆਏ। ਰਾਜੇਵਾਲ ਉਹਨਾਂ ਨਾਲ ਵੀ ਗੱਲ ਹੋਈ ਸੀ, ਉਹਨਾਂ ਨੇ ਵੀ ਕਿਹਾ ਕਿ ਸਾਡੇ ਬੱਚੇ ਨੇ, ਨਾ ਅਸੀਂ ਉਹਨਾਂ ਬਿਨਾਂ ਰਹਿ ਸਕਦੇ ਹਾਂ, ਨਾ ਉਹ ਸਾਡੇ ਬਿਨਾਂ ਜਿਹੜਾ ਆ ਉਹ ਰਹਿ ਸਕਦੇ ਆ। ਇੱਕ ਗੱਲ ਨੌਜਵਾਨਾਂ ਦੀ ਜਦੋਂ ਅਸੀਂ ਗੱਲ ਕਰਦੇ, ਭਗਤ ਸਿੰਘ ਦੀ ਗੱਲ ਕਰਦੇ, ਨੌਜਵਾਨੀ ਸੋਚ ਦੀ ਗੱਲ ਆਉਂਦੀ ਹੈ ਕਿ ਉਹਨੂੰ ਇੱਕ ਢੁਕਵਾਂ ਸਥਾਨ ਦੇਣਾ ਬੜਾ ਜ਼ਰੂਰੀ ਹੁੰਦੀ ਆਪਣੀ ਰਾਏ ਦੇ ਵਿੱਚ। ਕੀ ਲੱਗਦਾ ਤੁਹਾਨੂੰ ਕਿ ਕੋਈ ਹੁਣ ਇੱਕ ਜਥੇਬੰਦੀ ਨਾ ਸਹੀ ਪਰ ਨੌਜਵਾਨਾਂ ਦਾ ਕੋਈ ਵਿੰਗ, ਕੋਈ ਛੋਟੀ ਇੱਕ ਪਾਰਟੀ ਕਮੇਟੀ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਜਿਹਦੇ 'ਚ ਉਹ ਵੀ ਆਪਣੇ ਮਨ ਦੀਆਂ ਜਿਹੜੀਆਂ ਨੇ ਉਹ ਇਸ ਅੰਦੋਲਨ ਨੂੰ ਲੈ ਕੇ ਦੱਸ ਸਕਣ ਕਿ ਕਿੱਥੇ ਕਮੀ ਰਹਿ ਰਹੀ ਹੈ ਜਾਂ ਕਿਵੇਂ ਦੂਰ ਕਰ ਸਕਦੇ ਹਾਂ। ਅਸਲ 'ਚ ਮੈਂ ਇਹ ਮੁੱਦਾ ਅੱਜ ਦਾ ਨਹੀਂ, ਅੱਜ ਤੋਂ ਥੋੜ੍ਹਾ ਜਿਹਾ ਮੈਂ ਤੁਹਾਨੂੰ ਪਿੱਛੇ ਲੈ ਕੇ ਜਾਵਾਂ। ਤਕਰੀਬਨ 6-7 ਮਹੀਨੇ ਦਾ ਜਦੋਂ ਇਹ ਆਰਡੀਨੈਂਸ ਪਾਸ ਹੋ ਕੇ ਪੰਜਾਬ 'ਚ ਆਏ, ਜਦੋਂ ਹਰ ਇੱਕ ਵਰਗ ਦੀ ਸ਼ਮੂਲੀਅਤ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਇੱਥੇ ਟੋਲ ਪਲਾਜ਼ੇ ਅਸੀਂ ਰੋਕੇ, ਰੇਲਵੇ ਲਾਈਨਾਂ ਰੋਕੀਆਂ, ਉਦੋਂ ਤੋਂ ਸਾਡੇ ਵਰਗ ਨੇ ਜਥੇਬੰਦੀਆਂ ਨੂੰ ਸਮਰਥਨ ਦਿੱਤਾ ਪੰਜਾਬ ਦੀਆਂ। ਚਲੋ ਇਸ ਗੱਲ ਤੋਂ ਅਸੀਂ ਮੁੱਕਰਦੇ ਨਹੀਂ ਹੈਗੇ ਕਿ ਇਹ ਸੰਘਰਸ਼ ਹੈ ਜਿਹੜਾ ਜਥੇਬੰਦੀਆਂ ਨੇ, ਸਾਡੇ ਬਜ਼ੁਰਗਾਂ ਨੇ ਹੀ ਆਰੰਭਿਆ ਸੀਗਾ। ਅੱਜ ਵੀ ਅਸੀਂ ਉਹਨਾਂ ਦਾ ਉਸੇ ਮੰਤਵ ਨਾਲ ਸਤਿਕਾਰ ਕਰਦੇ ਹਾਂ ਕਿ ਉਹਨਾਂ ਵੱਲੋਂ ਹੀ ਇਹ ਜਿਹੜਾ ਸੰਘਰਸ਼ ਹੈ ਵਿੱਢਿਆ ਗਿਆ ਸੀ, ਅਸੀਂ ਇਹਦੇ ਨਾਲ ਜੁੜੇ ਹਾਂ। ਪਰ ਜਦੋਂ ਹਰ ਇੱਕ ਵਰਗ ਜੁੜ ਜਾਂਦਾ ਹੈ, ਅੱਜ ਤਾਂ ਇਹ ਸੰਘਰਸ਼ ਐਡਾ ਵੱਡਾ ਹੋ ਗਿਆ, ਦੀਨ ਦੁਨੀਆ 'ਚ ਇਹਦੀ ਚਰਚਾ ਹੁੰਦੀ ਹੈ। ਵੱਡੇ ਵੱਡੇ ਦੁਨੀਆ ਦੇ ਪੌਪ ਸਟਾਰ ਜਿਹੜੇ ਬੁੱਧੀਜੀਵੀ ਨੇ, ਚੰਗੀ ਭਾਈਵਾਲਤਾ ਦੀ ਗੱਲ ਕਰਦੇ ਆ, ਏਕੇ ਦੀ ਗੱਲ ਕਰਦੇ ਆ, ਉਹ ਲੋਕ ਸਾਡੇ ਸਮਰਥਨ 'ਚ ਆਏ ਨੇ। ਬਹੁਤ ਵੱਡੀ ਇਹ ਆਪਸੀ ਇੱਕ ਸਾਡੀ ਜਿੱਤ ਹੈ। ਜਿਨ੍ਹਾਂ ਨੂੰ ਕਿਸਾਨ ਸ਼ਬਦ ਦਾ ਨਹੀਂ ਪਤਾ ਸੀ, ਅੱਜ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਕਿਸਾਨ ਕੋਈ ਫਾਰਮਰ ਚੀਜ਼ ਕੀ ਨੇ, ਕਿਸਾਨ ਕੀ ਚੀਜ਼ ਨੇ। ਤਾਂ ਇਹ ਮੈਂ ਜਦੋਂ ਸਾਡੀਆਂ ਇੱਥੇ ਸਟਾਰਟਿੰਗ ਵਾਲੇ ਦੌਰ 'ਚ ਸ਼ੁਰੂਆਤੀ ਦਿਨਾਂ 'ਚ ਸਾਡੀਆਂ ਜਦੋਂ ਇੱਥੇ ਮੀਟਿੰਗਾਂ ਹੁੰਦੀਆਂ ਸੀ ਕਿਸਾਨ ਭਵਨ 'ਚ, ਤਾਂ ਮੇਰੇ ਵੱਲੋਂ ਇਹ ਉਦੋਂ ਵੀ ਮੰਗ ਰੱਖੀ ਜਾਂਦੀ ਸੀ ਕਿ ਨੌਜਵਾਨੀ 'ਚ ਇੱਕ ਵੱਖਰਾ ਉਤਸ਼ਾਹ ਹੈ, ਕਿਉਂਕਿ ਕਲਾਕਾਰ ਭਾਈਚਾਰੇ ਨੇ ਇੱਕ ਬਹੁਤ ਵੱਡਾ, ਚਲੋ ਸਾਡੀ ਲਾਈਨ ਆ, ਮੈਂ ਕੋਈ ਵੜਪਣ ਨਹੀਂ ਆਪ ਦਾ ਕਰ ਰਿਹਾ, ਪਰ ਇੱਕ ਐਸਾ ਰੋਲ ਨਿਭਾਇਆ ਕਿ ਉਹ ਡਟ ਕੇ ਖੜੇ ਹੈ ਹਰ ਇੱਕ ਸਾਡੇ ਬਜ਼ੁਰਗਾਂ ਦੇ ਨਾਲ। ਚਲੋ ਸਾਡਾ ਫਰਜ਼ ਵੀ ਬਣਦਾ ਸੀ, ਜੇ ਮੈਂ ਕਲਾਕਾਰ ਨਾ ਹੁੰਦਾ ਤਾਂ ਵੀ ਮੈਂ ਇੱਕ ਜ਼ਿਮੀਂਦਾਰ ਦੇ ਤੌਰ 'ਤੇ ਸੰਘਰਸ਼ ਦੇ ਵਿੱਚ ਆਉਂਦਾ ਹੀ ਆਉਂਦਾ। ਪਰ ਜਦੋਂ ਇੰਨੇ ਵਰਗ ਤੁਹਾਡੇ ਨਾਲ ਜੁੜ ਜਾਂਦੇ ਆ, ਸਾਡੇ ਨਾਲ ਸਟਾਰਟਿੰਗ ਦੇ ਦਿਨਾਂ 'ਚ ਕੁੜੀ ਕਨੂਪ੍ਰਿਆ ਯੂਨੀਵਰਸਿਟੀ ਤੋਂ ਪਹਿਲੀ ਲੜਕੀ ਸੀ ਜਿਹੜੀ ਪ੍ਰਧਾਨ ਬਣੀ ਸੀ, ਹੋਰ ਬੜੇ ਬੁੱਧੀਜੀਵੀ, ਚਾਹੇ ਉਹ ਵਕੀਲ ਸੀ, ਚਾਹੇ ਕੋਈ ਸਮਾਜ ਸੇਵੀ ਸੀ, ਜੁੜੇ। ਤਾਂ ਮੈਂ ਜਥੇਬੰਦੀਆਂ ਮੂਹਰੇ ਇੱਕੋ ਹੀ ਗੱਲ ਰੱਖੀ ਸੀ ਕਿ ਆਪਾਂ ਇੱਕ ਕੁਛ ਐਸੀ ਤਾਲਮੇਲ ਕਮੇਟੀ ਬਣਾ ਦਈਏ ਜਿਹੜੀ ਟਾਈਮ 'ਤੇ ਤੁਹਾਨੂੰ ਆਪਦੇ ਪ੍ਰੋਗਰਾਮ 'ਤੇ ਆਪਦੀਆਂ ਗੱਲਾਂ ਸਲਾਹਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਰਹੇ ਵੀ ਅਸੀਂ ਨੌਜਵਾਨੀ ਇਹ ਚਾਹੁੰਦੀ ਹੈ ਅੱਜ ਕਿ ਆਪਾਂ ਆਉਣ ਵਾਲੇ ਦਿਨਾਂ 'ਚ ਆਹ ਪ੍ਰੋਗਰਾਮ ਕਰ ਲਈਏ ਜੀ। ਉਦੋਂ ਤੋਂ ਹੀ ਜੇ ਇਹ ਕਮੇਟੀ ਬਣ ਜਾਂਦੀ ਤਾਂ ਮੈਨੂੰ ਲੱਗਦਾ ਜੀ ਵੀ ਇਹ ਜਿਹੜਾ ਮਾੜਾ ਮੋਟਾ ਸਾਡੇ 'ਚ ਕਿਤੇ ਨਾ ਕਿਤੇ 26 ਤੋਂ ਬਾਅਦ ਜਿਹੜੀ ਆ ਤੌਮਤਾਂ ਸ਼ੁਰੂ ਹੋਈਆਂ ਨੇ ਵੀ ਉਹਦੇ ਕਰਕੇ ਹੋ ਗਿਆ, ਆ ਜੀ ਗਦਾਰ ਹੈ, ਆ ਜੀ ਫਲਾਣਾ ਇਹਨੇ ਸੰਘਰਸ਼, ਇਹ ਚੀਜ਼ਾਂ ਹੋਣੀਆਂ ਨਹੀਂ ਸੀ। ਮੰਨ ਲਓ ਸਪੋਜ਼ ਕਰੋ ਫੋਰ ਐਗਜ਼ਾਮਪਲ 32 ਜਥੇਬੰਦੀਆਂ ਨੇ ਜੀ, ਜੇ ਇੱਕ ਨੌਜਵਾਨਾਂ ਦੀ ਜਥੇਬੰਦੀ ਵਿੱਚ ਆ ਜਾਂਦੀ ਤਾਂ 33 ਹੋ ਜਾਂਦੀਆਂ, ਕੋਈ ਫਰਕ ਤਾਂ ਪੈਣਾ ਨਹੀਂ ਸੀਗਾ। ਉਹਦੇ 'ਚ ਨੌਜਵਾਨਾਂ ਨੂੰ ਇਹ ਲੱਗਣਾ ਸੀ ਕਿ ਸਾਡੀ ਜਿਹੜੀ ਗੱਲ ਹੈ ਕਿਤੇ ਨਾ ਕਿਤੇ ਉਹ ਰੱਖੀ ਜਾ ਰਹੀ ਆ, ਸਾਡੇ ਜਿਹੜੇ ਨੁਮਾਇੰਦੇ ਨੇ, ਆਗੂ ਨੇ, ਉਹ ਵਿੱਚ ਨੇ। ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਆਪਦੇ ਆਗੂ ਨਹੀਂ ਮੰਨਦੇ ਜਿਹੜੇ ਸਾਡੇ ਬਜ਼ੁਰਗ ਨੇ। ਇੱਕ ਫਿਰ ਵੀ ਇੱਕ ਜਦੋਂ ਮੂਵਮੈਂਟਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਉਹਦੇ 'ਚ ਹਰ ਇੱਕ ਵਰਗ ਦੀ ਸ਼ਮੂਲੀਅਤ ਜਿਹੜੀ ਬਹੁਤ ਵੱਡੇ ਪੱਧਰ 'ਤੇ ਯੋਗਦਾਨ ਪਾਉਂਦੀ ਆ। ਨੌਜਵਾਨੀ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਜਿਹੜਾ ਕਾਰਜ ਹੈ ਉਹ ਸੰਭਵ ਹੋ ਸਕਦਾ ਜਾਂ ਉਹ ਲੀਕਿਆ ਜਾ ਸਕਦਾ। ਚਾਹੇ ਉਹ 26 ਤਰੀਕ ਨੂੰ ਅਸੀਂ ਇੱਥੋਂ ਬੈਰੀਗੇਡ ਪੱਟ ਕੇ ਸ਼ੰਭੂ ਦੇ, ਪਿਛਲੀ 26 ਦੀ ਗੱਲ ਕਰਦਾ ਜਦੋਂ ਦਿੱਲੀ ਨੂੰ ਕੂਚ ਕਰਨਾ ਸੀ, ਉੱਥੇ ਨਵੰਬਰ 'ਚ ਅੱਗੇ ਜਾਣਾ ਸੀ, ਜਾਂ ਇੱਥੇ ਟੋਲ ਪਲਾਜ਼ੇ ਰੋਕਣੇ ਸੀ, ਜਾਂ ਕੋਈ ਵੀ ਪ੍ਰੋਗਰਾਮ ਆ। ਨੌਜਵਾਨੀ ਦਾ ਬਹੁਤ ਵੱਡੇ ਪੱਧਰ 'ਤੇ ਯੋਗਦਾਨ ਰਿਹਾ। ਨੌਜਵਾਨੀ ਨੂੰ ਬਸ ਇੰਨਾ ਕੁ ਨੌਜਵਾਨੀ ਡਿਮਾਂਡ ਕਰਦੀ ਸੀ ਕਿ ਸਾਡੇ ਕੁਛ ਆਗੂ ਜਾਂ ਜਿਨ੍ਹਾਂ ਨੂੰ ਨੌਜਵਾਨੀ ਨੇ ਪਿਛਲੇ ਦਿਨਾਂ 'ਚ
ਸਰਾਇਆ ਪਿਆਰ ਕੀਤਾ ਵੀ ਉਹਨਾਂ ਨੂੰ ਤੁਸੀਂ ਕਿਤੇ ਨਾ ਕਿਤੇ ਵਿੱਚ ਰੱਖੋ। ਜੇ ਉਹ ਚੀਜ਼ਾਂ ਹੋ ਜਾਂਦੀਆਂ, ਉਹ 'ਚ ਇਕੱਲੇ ਪੰਜਾਬ ਵਾਲਿਆਂ ਦੀ ਮੈਂ ਗੱਲ ਨਹੀਂ ਕਰਦਾ, ਉਹਦੇ 'ਚ ਮੈਂ ਗੱਲ ਕਰਦਾ MP ਵਾਲੇ ਜਿਹੜੇ ਭਰਾ ਉੱਥੋਂ ਉੱਤਰਾਖੰਡ ਤੋਂ ਆਏ ਆ, ਉਹ ਵੀ ਨੇ। ਉਹਦੇ 'ਚ ਨਵਦੀਪ ਹੈ ਵਾਟਰ ਕੈਨਨ ਵਾਲਾ, ਹਰਿਆਣੇ ਦਾ ਮੁੰਡਾ। ਉਹਦੇ 'ਚ ਲੱਖਾ ਸਾਡਾ ਬਾਈ ਵੱਡਾ, ਦੀਪ ਹੈ। ਇਹ ਸਾਰੇ ਵਰਗ ਇੱਕ ਐਸੀ ਕੋਈ ਤਾਲਮੇਲ ਕਮੇਟੀ ਬਣਦੀ 11 ਮੈਂਬਰੀ ਜਾਂ 21 ਮੈਂਬਰੀ, ਜਿਹੜੇ ਟਾਈਮ ਤੇ ਜਥੇਬੰਦੀਆਂ ਨੂੰ ਦੱਸਦੇ ਵੀ ਹੁਣ ਨੌਜਵਾਨਾਂ ਦੀ ਆਹ ਆਵਾਜ਼ ਹੈ, ਇਸ ਚੀਜ਼ ਨਾਲ ਸੰਘਰਸ਼ ਹੋਰ ਤਿੱਖਾ ਹੋ ਸਕਦਾ। ਇਸ ਪ੍ਰੋਗਰਾਮ ਦੇ ਨਾਲ ਆਪਾਂ ਮਤਲਬ ਡਿਸਕਸ ਹੋ ਜਾਂਦਾ। ਜੇ ਇਹ ਹੁਣ ਵੀ ਮੈਂ ਇਹ ਚਾਹੁੰਦਾ ਵੀ ਕੋਈ ਨਾ ਕੋਈ ਐਸੀ ਕਮੇਟੀ, ਕੋਈ ਨਾ ਕੋਈ ਐਸੀ ਕੋਈ ਜਥੇਬੰਦੀ ਕਹਿ ਲਓ ਜਾਂ ਕੁਝ ਵੀ ਕਹਿ ਲਓ, ਨੌਜਵਾਨਾਂ ਦੇ ਲਈ ਜ਼ਰੂਰ ਬਣਨੀ ਚਾਹੀਦੀ ਹੈ ਵੀ ਜਿਹੜੇ ਟਾਈਮ ਤੇ ਜਾ ਕੇ ਜਿਹੜੇ ਸਾਡੇ ਸੀਨੀਅਰ ਅਗਵਾਈ ਉਹੀ ਕਰਨਗੇ। ਅਸੀਂ ਨਹੀਂ ਕਹਿੰਦੇ ਵੀ ਅਸੀਂ ਅਗਵਾਈ ਕਰਾਂਗੇ ਇਸ ਸੰਘਰਸ਼ ਦੀ, ਨੌਜਵਾਨਾਂ ਨੂੰ ਕੋਈ ਚੌਧਰ ਦੀ ਲੋੜ ਹੈ, ਪਰ ਸਾਨੂੰ ਉਹ ਨਾਲ ਮੈਂਬਰਾਂ ਦੇ ਵਿੱਚ ਰੱਖ ਲੈਣ। ਜਿਵੇਂ ਫੋਰ ਐਗਜ਼ਾਮਪਲ ਵੀ ਜਿਵੇਂ ਰਾਜੇਵਾਲ ਸਾਹਿਬ ਨੂੰ ਅਸੀਂ ਪ੍ਰੈਜ਼ੀਡੈਂਟ ਆਫ ਦਾ ਮੰਨਦੇ ਸੀ, ਉਹ ਅੱਗੇ ਜਾਂਦੇ ਸੀ, ਉਹਨਾਂ ਨਾਲ 8-10 ਬੰਦੇ ਹੋਰ ਹੁੰਦੇ ਸੀ ਨਾ ਜਿਹੜੇ ਜਾਂਦੇ ਸੀ। ਉਵੇਂ ਹੀ ਜੇ ਉਹਨਾਂ 'ਚ 1 ਜਾਂ 2 ਨੌਜਵਾਨ ਚਲੇ ਜਾਣਗੇ ਤਾਂ ਮੈਨੂੰ ਲੱਗਦਾ ਵੀ ਇਹਦੇ ਨਾਲ ਇੱਕ ਚੰਗਾ ਸੰਕੇਤ ਤੇ ਚੰਗਾ ਸੁਨੇਹਾ ਜਾਊਗਾ, ਤੇ ਨੌਜਵਾਨਾਂ ਨੂੰ ਇਹ ਲੱਗੂਗਾ ਵੀ ਨੌਜਵਾਨ, ਕਿਉਂਕਿ ਹੁਣ ਨੌਜਵਾਨਾਂ ਦਾ ਪਿਆਰ ਹੈ, ਇਹ ਇੱਕ ਆਵਾਮ ਦੀ ਆਵਾਜ਼ ਹੈ ਵੀ ਸਾਨੂੰ ਆਹ ਬੰਦੇ ਫਰੰਟ ਲਾਈਨ 'ਤੇ ਚਾਹੀਦੇ ਨੇ, ਤੇ ਜੇ ਅਸੀਂ ਸੰਘਰਸ਼ ਜਿੱਤਦੇ ਹਾਂ ਉਹਨਾਂ ਬੰਦਿਆਂ ਨੂੰ ਰੱਖ ਕੇ ਤਾਂ ਸਾਨੂੰ ਕਿਉਂ ਨਹੀਂ ਕਰਨਾ ਚਾਹੀਦਾ? ਸਾਨੂੰ ਕਰਨਾ ਚਾਹੀਦਾ। ਸਾਨੂੰ ਉਹ ਬੰਦੇ ਨਾਲ ਮੋਢੇ ਨਾਲ ਮੋਢਾ ਰਲਾ ਕੇ ਨਾਲ ਤੋਰਨੇ ਚਾਹੀਦੇ ਨੇ, ਤਾਂ ਕਿਉਂਕਿ ਅਸੀਂ ਐਂਡ ਆਫ ਦਾ ਡੇ ਸਾਡਾ ਟਾਰਗੇਟ ਕੀ ਹੈ? ਸਾਡਾ ਇੱਕੋ ਟਾਰਗੇਟ ਹੈ ਕਿ ਅਸੀਂ ਇਹ ਸੰਘਰਸ਼ ਜਿੱਤੀਏ, ਇਹ ਜਿਹੜੇ ਬਿੱਲ ਨੇ ਉਹਨਾਂ ਨੂੰ ਰੱਦ ਕਰਾ ਕੇ ਦੁਬਾਰੇ ਪੰਜਾਬ 'ਚ ਆਈਏ। ਕਿਉਂਕਿ ਪੰਜਾਬ ਦਾ ਜਿਵੇਂ ਇਹ ਤਾਂ ਬਿੱਲ ਸਾਡੇ ਤੇ ਥੋਪ ਦਿੱਤੇ ਗਏ ਆ, ਅਸੀਂ ਕੁਛ ਆਪਦੇ ਲਈ ਨਹੀਂ ਮੰਗ ਰਹੇ, ਅਸੀਂ ਕਰਕੇ ਖਾ ਰਹੇ ਸੀਗੇ। ਗੌਰਮੈਂਟ ਨੇ ਕਰਕੇ ਖਾਂਦਿਆਂ ਦੇ ਉੱਤੇ ਇੱਕ ਐਸੀ ਇਹ ਕਰੋਨਾ ਦੇ ਦਿਨਾਂ 'ਚ ਖਰੜੇ ਤਿਆਰ ਕੀਤੇ ਗਏ ਗਾਜ ਸਿੱਟੀ ਹੈ ਕਿ ਹੁਣ ਜਿਹੜਾ ਸਾਡਾ ਰੁਜ਼ਗਾਰ ਹੈ ਸਾਡੇ ਤੋਂ ਉਹੀ ਖੋ ਰਹੇ ਆ। ਅਸੀਂ ਕੁਛ ਐਕਸਟਰਾ ਨਹੀਂ ਮੰਗ ਰਹੇ। ਅਸੀਂ ਤਾਂ ਪਹਿਲਾਂ ਜੇ ਪੰਜਾਬ ਦੀ ਕਿਸਾਨੀ ਦੇਖ ਲਈ ਜਾਵੇ ਤਾਂ ਕਿਹੜੇ ਉਹਦੇ ਹਾਲ ਹੀਲੇ ਨੇ, ਮੈਨੂੰ ਨਹੀਂ ਲੱਗਦਾ ਕੁਛ ਕੱਢਣ ਪਾਉਣ ਨੂੰ ਬਚਦਾ। ਪਰ ਇਹ ਹੈ ਵੀ ਚਲੋ ਇੱਕ ਕਿੱਤਾ, ਪਿਤਾ ਪੁਰਖੀ ਕਿੱਤਾ, ਦਾਦਿਆਂ ਦਾ ਇੱਕ ਰੁਜ਼ਗਾਰ ਹੈ, ਰੋਟੀ ਪਾਣੀ ਚੱਲਦਾ। ਹੋਰ ਕੀ ਖੇਤੀਬਾੜੀ ਨੂੰ ਜੇ ਕਹਿ ਦਈਏ ਕਿ ਇਹ ਪ੍ਰੋਫਿਟ ਦਾ ਧੰਦਾ ਹੈ, ਨਹੀਂ ਹੈਗਾ ਧੰਦਾ। ਇਹ ਤਾਂ ਸਿਰਫ ਪਰਿਵਾਰ ਪਾਲਦਾ, ਸਿਰਫ ਇੱਕ ਸਾਡਾ 2 ਡੰਗ ਦਾ ਰੋਟੀ ਪਾਣੀ ਚੱਲਦਾ, ਹੋਰ ਇਹਦੇ ਤੋਂ ਬਿਨਾਂ ਹੋਰ ਕੁਝ ਨਹੀਂ ਹੈਗਾ। ਜੇ ਕਹਿ ਦਈਏ ਵੀ ਖੁਦਕੁਸ਼ੀਆਂ ਪਹਿਲਾਂ ਵੀ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਨੇ, ਇਹ ਤਾਂ ਇੱਕ ਸੰਕਟ ਸਾਡੇ ਤੇ ਆਇਆ, ਅਸੀਂ ਇਹਦੇ ਚੋਂ ਨਿਕਲਣਾ ਸਾਰਿਆਂ ਨੇ ਰਲ ਮਿਲ ਕੇ, ਚਾਹੇ ਉਹ ਜਿਵੇਂ ਮਰਜ਼ੀ ਨਿਕਲ ਗਏ, ਚਾਹੇ ਉਹ ਕੋਈ ਵੀ ਬੰਦਾ ਕੱਢੇ, ਸਾਨੂੰ ਉਹ ਬੰਦਾ ਚਾਹੀਦਾ ਫਰੰਟ ਤੇ, ਜਿਹੜਾ ਬੰਦਾ ਸਾਨੂੰ ਅੱਜ ਇਸ ਦੌਰ ਚੋਂ ਕੱਢ ਕੇ ਬਾਹਰ ਲਿਜਾ ਲੈ ਜਾਵੇ, ਪਾਰ ਲਾ ਦੇਵੇ ਸਾਡੀ ਡੁੱਬਦੀ ਬੇੜੀ ਨੂੰ, ਤੇ ਇਸ ਸੰਘਰਸ਼ ਨੂੰ ਆਪਾਂ ਜਿੱਤ ਜਾਈਏ ਤੇ ਦੁਬਾਰੇ ਆ ਕੇ ਆਪਣੇ ਖੇਤਾਂ 'ਚ ਖੁਸ਼ਹਾਲੀ ਜਿਹੜਾ ਜੀਵਨ ਹੈ ਸਾਡਾ ਉਹ ਬਤੀਤ ਕਰੀਏ, ਜਾਂ ਪੰਜਾਬ ਨੂੰ ਹੋਰ ਕਿਵੇਂ ਤਰੱਕੀ ਤੇ ਲੈ ਕੇ ਜਾਣਾ, ਹੋਰ ਅਗਲੀਆਂ ਰਣਨੀਤੀਆਂ। ਵੱਡੀ ਖੁਸ਼ੀ ਦੀ ਗੱਲ ਇਹ ਵੀ ਹੋਈ ਹੈ ਕਿ ਪੰਜਾਬ ਇੱਕ ਲੰਮੇ ਅਰਸੇ ਤੋਂ ਬਾਅਦ ਅੱਜ ਜਾਗਿਆ। ਸੁੱਤਾ ਪਿਆ ਸੀ ਇੱਥੇ ਲੋਕਾਂ ਦੀ ਆਪਸੀ, ਇੱਕ ਪਿੰਡ 'ਚ 3 ਪਾਰਟੀਆਂ ਨੇ, ਇੱਕ ਆਪ ਵਾਲਿਆਂ ਦੀ ਹੈ, ਇੱਕ ਅਕਾਲੀਆਂ ਦੀ ਹੈ, ਇੱਕ ਕਾਂਗਰਸੀਆਂ ਦੀ ਹੈ, ਬਾਕੀ ਹੋਰ ਵੀ ਹੋ ਸਕਦੀਆਂ ਨੇ। ਉਹ ਅੱਜ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਕੱਠੇ ਹੋਏ ਆ ਇੱਕ ਟਰਾਲੀਆਂ 'ਚ। ਜਿਹੜੇ ਕਿਤੇ ਐਂ ਸੀਗਾ ਵੀ ਇਹ ਫਲਾਣੀ ਪਾਰਟੀ ਦਾ, ਇਹ ਢਮਕਾਣੀ ਪਾਰਟੀ ਦਾ, ਕੁੰਡਲੀ ਬਾਰਡਰ 'ਤੇ ਮੈਂ ਉਹ ਲੋਕ ਦੇਖਿਆ ਇੱਕ ਟਰਾਲੀ ਦੇ ਵਿੱਚ ਹੀ ਪੈਂਦੇ ਆ, ਇੱਕ ਟਰਾਲੀ ਦੇ ਵਿੱਚ ਹੀ ਖਾਂਦੇ ਆ, ਇੱਕੋ ਹੀ ਉਹਨਾਂ ਦਾ ਲੰਗਰ ਹੈ। ਬਹੁਤ ਚਿਰਾਂ ਬਾਅਦ ਇਹ ਸਿਰ ਜੁੜੇ ਸੀ। ਮੈਨੂੰ ਲੱਗਦਾ ਵੀ ਇਹ ਚੰਗਾ ਸੰਕੇਤ ਸੀ। ਇਹ ਸੰਘਰਸ਼ ਨੇ ਬੜਾ ਕੁਝ ਕਲੀਅਰ ਵੀ ਕੀਤਾ, ਬੜਾ ਕੁਝ ਪੋਜ਼ਿਟਿਵ ਵੀ ਸਾਨੂੰ ਦਿੱਤਾ। ਚਾਹੇ ਸਾਡੀ ਗਾਇਕੀ ਨੂੰ ਲਾ ਕੇ ਕਹਿ ਲਓ ਕਿੰਨਾ ਕੁਝ ਬਦਲਿਆ ਉਹਦੇ 'ਚ, ਚਾਹੇ ਲੋਕਾਂ ਦੇ ਆਪਸੀ ਮਤਭੇਦ ਸੀ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਅੱਜ ਹਰ ਇੱਕ ਚੀਜ਼ ਨੂੰ ਪਿੱਛੇ ਛੱਡ ਕੇ ਅੱਜ ਕਿਸਾਨੀ ਬਿੱਲਾਂ ਦੀ ਹੀ ਗੱਲ ਹੁੰਦੀ ਹੈ ਇਕੱਲੀ, ਕਿ ਪਾਰਟੀਆਂ ਦੀ ਵੀ ਕਿਸਾਨ ਇਹੀ ਕਹਿ ਰਹੇ ਆ ਵੀ ਜਿਹੜਾ ਬੰਦਾ ਕਿਸਾਨੀ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਆ। ਸੋ ਮੈਨੂੰ ਲੱਗਦਾ ਇੱਕ ਚੰਗਾ ਸਿਨੈਰੀਓ ਪੰਜਾਬ ਦਾ, ਇੱਕ ਚੰਗਾ ਮਾਹੌਲ ਬਣਿਆ, ਇਹਨੂੰ ਸਾਂਭਣ ਦੀ ਲੋੜ ਹੈ। ਇਹਦੇ 'ਚੋਂ ਚੰਗੀ ਸੋਚ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਅੱਗੇ ਆ ਕੇ ਵਰਕ ਕਰਨ ਦੀ ਲੋੜ ਹੈ, ਤਾਂ ਜੋ ਜਿਹੜੀ ਨੌਜਵਾਨੀ ਅੱਜ ਲਾਮਬੰਦ ਹੋਈ ਆ, ਇਹ ਜੇ ਅੱਜ ਉੱਠ ਕੇ ਖੜੇ ਹੋਏ ਨੇ ਤਾਂ ਇਹਨਾਂ ਦੇ ਜਿਹੜੇ ਕਦਮ ਨੇ ਉਹ ਕਿਸੇ ਚੰਗੇ ਪਾਸੇ ਲੱਗ ਸਕਣ। ਜਿਸ ਤਰ੍ਹਾਂ ਤੁਸੀਂ ਨੌਜਵਾਨਾਂ ਦੀ ਇੱਕ ਕਮੇਟੀ ਜਾਂ ਜਥੇਬੰਦੀ ਦੀ ਗੱਲ ਕਰਦੇ ਆ, ਤਾਂ ਬਤੌਰ ਕਲਾਕਾਰ ਤੁਸੀਂ ਨੌਜਵਾਨਾਂ 'ਚ ਵੀ ਵਿਚਰਦੇ ਆ, ਤੁਹਾਡੇ ਹੋਰ ਕਲਾਕਾਰ ਭਾਈਚਾਰੇ ਦੇ ਜਿਵੇਂ ਬੱਬੂ ਮਾਨ ਜੀ ਹੋ ਗਏ, ਕੰਵਰ ਗਰੇਵਾਲ, ਇਹਨਾਂ ਸਾਰੇ ਹਸਤੀਆਂ ਦੇ ਨਾਲ ਵੀ ਜੁੜੇ ਹੋਏ ਆ, ਇਹ ਵੀ ਲਗਾਤਾਰ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਆ। ਕੀ ਇਹਨਾਂ ਦੀ ਇਸ ਚੀਜ਼ ਦੇ ਉੱਤੇ ਸਹਿਮਤੀ ਬਣਦੀ ਹੈ? ਕਿਉਂਕਿ ਆਪਸ ਤੁਹਾਡੀ ਤਾਂ ਗੱਲਬਾਤ ਚੱਲਦੀ ਹੀ ਰਹਿੰਦੀ ਹੋਏਗੀ। ਸਭ ਦੀ ਸਹਿਮਤੀ ਬਣਦੀ ਹੈ ਜੀ ਇਹਦੇ 'ਚ, ਇਕੱਲੀ ਜਾਂ ਮੈਂ ਇਹ ਕਹਿ ਦੇਵਾਂ, ਕਿਉਂਕਿ ਦੇਖੋ ਇਹ ਤਾਂ ਮੈਂ ਇੱਕ ਬੜੀ ਬੇਸਿਕ ਜੀ ਗੱਲ ਕੀਤੀ ਆ। ਜਦੋਂ ਤੁਸੀਂ ਇੱਕ ਚੀਜ਼ ਸਪੋਜ਼ ਕਰੋ ਵੀ ਇੱਕ ਗੱਡਾ ਹੈ, ਇਹ ਸੰਘਰਸ਼ ਇੱਕ ਗੱਡਾ, ਇਹਨੂੰ ਮੈਂ ਫੋਰ ਐਗਜ਼ਾਮਪਲ ਇਹਦੇ 2 ਪਹੀਏ ਹੈ, ਵੈਸੇ ਤਾਂ ਚਲੋ ਬਹੁਤ ਵਰਗ ਨੇ ਪਰ ਮੈਂ ਮੇਨਲੀ ਮੋਟੀ ਗੱਲ ਕਰਾਂ, 2 ਪਹੀਏ ਹੈ। ਇੱਕ ਹੈਗਾ ਬਜ਼ੁਰਗਾਂ ਦਾ,
ਇੱਕ ਹੈਗਾ ਨੌਜਵਾਨਾਂ ਦਾ। ਬਜ਼ੁਰਗਾਂ ਕੋਲੇ ਤਜਰਬਾ ਹੈ, ਨੌਜਵਾਨਾਂ ਕੋਲੇ ਜੋਸ਼ ਹੈ। ਇਹ ਦੋ ਪਹੀਆਂ ਤੋਂ ਬਿਨਾਂ ਤੁਰ ਹੀ ਨਹੀਂ ਸਕਦਾ। ਜੇ ਇੱਕ ਪਹੀਆ ਨਾਲ ਨਹੀਂ ਹੋਊਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਗੱਡਾ ਅੱਗੇ ਤੁਰੂਗਾ। ਸੋ ਦੋਵਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਆਪਸੀ ਸਹਿਮਤੀ ਬਣਾ ਕੇ, ਤਾਲਮੇਲ ਬਣਾ ਕੇ। ਤਾਲਮੇਲ ਕਿਵੇਂ ਬਣੂਗਾ? ਜਦੋਂ ਤੁਸੀਂ ਗੱਲਬਾਤ, ਵਿਚਾਰ ਸਾਂਝੇ ਕਰੋਗੇ ਇੱਕ ਦੂਜੇ ਦੇ ਨਾਲ। ਆਪਦੀ ਵਿਚਾਰਧਾਰਾ ਨੂੰ ਜਿਉਂਦਾ ਰੱਖਣਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ। ਜਦੋਂ ਤੱਕ ਖੁੰਡ ਚਰਚਾ ਜਿਹੜੀ ਪੁਰਾਣੀ ਪਿੰਡਾਂ 'ਚ ਹੁੰਦੀ ਸੀ, ਕਿਤੇ ਨਾ ਕਿਤੇ ਅੱਜ ਉਹ ਸਾਡੇ 'ਚੋਂ ਵਿਸਰ ਗਈ। ਖੁੰਡ ਚਰਚਾ ਹੀ ਸਾਰੀਆਂ ਚੀਜ਼ਾਂ ਦਾ ਹੱਲ ਹੈ। ਜੇ ਪਿੰਡ 'ਚ ਕੋਈ ਮਾੜੀ ਮੋਟੀ ਮੰਨ ਲਓ ਵੀ ਕੋਈ ਨੋਕ ਝੋਕ ਵੀ ਹੋ ਜਾਂਦੀ ਸੀ ਨਾ, ਵੀ ਕਿਤੇ ਪਿੰਡ 'ਚ ਕੋਈ ਦਾਰੂ ਪੀ ਕੇ ਰਾਤ ਨੂੰ ਕੋਈ ਲੜ ਵੀ ਪੈਂਦਾ ਸੀ, ਉਹਦੀ ਵੀ ਖੁੰਡ ਚਰਚਾ ਉੱਥੇ ਸ਼ਾਮ ਨੂੰ ਸੱਥ 'ਚ ਹੋ ਜਾਂਦੀ ਸੀ ਵੀ ਭਾਈ ਕੱਲ੍ਹ ਫਲਾਣੇ ਦੇ ਘਰੇ ਆਹ ਕੁੱਤ ਕਲੇਸ਼ ਹੋਇਆ ਜਾਂ ਕਿਸੇ ਦਾ ਵਿਆਹ ਹੋਣਾ ਹੈ, ਤਾਂ ਉਹਨਾਂ ਨੇ ਕਹਿਣਾ ਵੀ ਭਾਈ ਆ ਫਲਾਣੇ ਦੀ ਅੱਜ NRI ਨੂੰਹ ਆਈ ਹੈ। ਇਹ ਚਰਚਾ ਹੋਣੀ ਬਹੁਤ ਜ਼ਰੂਰੀ ਹੈ। ਚਰਚਾ ਕਿਵੇਂ ਹੋਊਗੀ? ਗੱਲਬਾਤ ਦੇ ਜ਼ਰੀਏ। ਜਦੋਂ ਤੁਸੀਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਤਰਾਸਦੀ ਰਹੀ ਹੈ ਵੀ ਉਹਨਾਂ ਮੰਚਾਂ ਤੋਂ, ਜਿਹੜੇ ਐਡੇ ਵੱਡੇ ਵਿਸ਼ਾਲ ਮੰਚ ਨੇ ਕੁੰਡਲੀ ਬਾਰਡਰ 'ਤੇ, ਉਹਨਾਂ 'ਚੋਂ ਮੁਰਦਾਬਾਦ ਦੇ ਨਾਅਰੇ ਜਦੋਂ ਲੱਗੇ ਆ ਕੋਈ ਖਾਸ ਨਾਮਾਂ ਨੂੰ ਲੈ ਕੇ, ਤਾਂ ਉਹ ਮੈਨੂੰ ਲੱਗਦਾ ਵੀ ਗਲਤ ਸੀ। ਉਹ ਨਹੀਂ, ਇੱਕਦਮ ਤੁਸੀਂ ਕਿਸੇ ਨੂੰ ਮੁਰਦਾਬਾਦ ਨਹੀਂ ਕਹਿ ਸਕਦੇ। ਉਹ ਕੋਈ ਚੰਗਾ ਸੰਕੇਤ ਨਹੀਂ ਉਹ ਲੋਕਾਂ 'ਚ ਗਿਆ। ਉਹਦੇ ਤੋਂ ਬਾਅਦ 'ਚ ਹੀ ਕੰਮ ਬਹੁਤ ਉਲਝ ਗਿਆ। ਉਹ ਇੱਕ ਵਰਗ ਸੀ, ਨੌਜਵਾਨਾਂ ਨੂੰ ਲੱਗਿਆ ਵੀ ਸਾਨੂੰ ਸਾਡੇ ਬਣਦੇ ਹੱਕ ਨੇ ਜਿਹੜੇ ਉਹ ਨਹੀਂ ਦਿੱਤੇ ਗਏ, ਜਥੇਬੰਦੀਆਂ ਵੱਲੋਂ ਨਹੀਂ ਮਿਲੇ। ਜਥੇਬੰਦੀਆਂ ਦਾ ਕਾਬ ਦਾ ਬਹੁਤ ਵੱਡਾ ਕੇਡਰ ਹੈ, ਨੌਜਵਾਨਾਂ ਦਾ ਜਾਂ ਸਾਡਾ ਕਲਾਕਾਰਾਂ ਨੂੰ ਜਿਹੜੇ ਪਿਆਰ ਕਰਦੇ ਆ ਜਾਂ ਜਿਹੜੇ ਲੋਕ ਆਏ ਆ, ਉਹਨਾਂ ਦਾ ਇੱਕ ਆਪ ਦਾ ਬਹੁਤ ਵੱਡਾ ਕੇਡਰ ਹੈ। ਪਰ ਇੱਕ ਕੇਡਰ ਉਹ ਵੀ ਹੈ ਜਿਹੜੇ ਦੋਵਾਂ ਨੂੰ ਫੋਲੋ ਕਰਦੇ ਆ। ਉਹਨਾਂ ਲੋਕਾਂ ਨੂੰ ਇਸ ਸੰਘਰਸ਼ ਨੇ ਘਰਾਂ 'ਚੋਂ ਬਾਹਰ ਕੱਢਿਆ ਸੀ। ਉਹਨਾਂ ਲੋਕਾਂ ਨੂੰ ਹੀ ਘਰਾਂ 'ਚੋਂ ਬਾਹਰ ਕੱਢਣਾ ਬਹੁਤ ਔਖਾ ਹੈ। ਉਹ ਲੋਕ ਕਿਤੇ ਨਾ ਕਿਤੇ ਡਬਲ ਮਾਈਂਡਡ ਹੋ ਕੇ ਦੁਬਾਰੇ ਆ ਗਏ ਘਰਾਂ ਦੇ ਵਿੱਚ ਵੀ ਯਾਰ ਦੇਖੋ ਹੁਣ ਕੀ ਬਣੂਗਾ, ਇਹ ਤਾਂ ਅੱਡ ਹੋ ਗਏ। ਹੁਣ ਉਹ ਅੱਧੇ ਕਹਿ ਰਹੇ ਆ ਵੀ ਅਸੀਂ ਸਹੀ ਹਾਂ, ਅੱਧੇ ਕਹਿ ਰਹੇ ਆ ਅਸੀਂ ਸਹੀ ਹਾਂ। ਕਿਤੇ ਨਾ ਕਿਤੇ ਇਹ ਜਿਹੜੀ ਆਪਸੀ ਇਹਨਾਂ ਦੇ ਮਤਭੇਦ ਹੋਏ ਸੀ, ਇਹਨਾਂ ਨੂੰ ਸਮੇਟਣਾ ਜਾਂ ਇਹਨਾਂ ਨੂੰ ਇਕੱਠੇ ਕਰਨਾ ਬਹੁਤ ਜ਼ਰੂਰੀ ਸੀ। ਇਹ ਗੱਲ ਇਕੱਠੇ ਕਿਵੇਂ ਹੋਊਗੀ? ਜਦੋਂ ਤੁਸੀਂ ਇੱਕ ਨੌਜਵਾਨਾਂ ਦੀ, ਚਾਹੇ ਉਹ ਕਲਾਕਾਰ ਨੇ, ਚਾਹੇ ਬੁੱਧੀਜੀਵੀ ਨੇ, ਸਮਾਜ ਸੇਵੀ ਨੇ, ਵਕੀਲ ਨੇ, ਚਾਹੇ ਕੋਈ ਵੀ ਵਰਗ ਹੈ, ਨੌਜਵਾਨ ਨੇ, ਕਬੱਡੀ ਵਾਲੇ ਨੇ, ਇਹਨਾਂ ਦੀ ਇੱਕ ਆਪਸੀ ਇੱਕ ਦੋ ਮੈਂਬਰ ਲੈ ਕੇ ਕੋਈ ਕਮੇਟੀ ਬਣਨੀ ਚਾਹੀਦੀ ਹੈ। ਅਸੀਂ ਨਹੀਂ ਅਗਵਾਈ ਨਹੀਂ ਮੰਗ ਰਹੇ, ਅਸੀਂ ਆਪ ਦੀ ਗੱਲ ਰੱਖਣ ਨੂੰ ਇੱਕ ਪਲੇਟਫਾਰਮ ਮੰਗ ਰਹੇ ਹਾਂ ਵੀ ਸਾਨੂੰ, ਅਸੀਂ ਟਾਈਮ 'ਤੇ ਜਿਹੜੇ ਪ੍ਰੋਗਰਾਮ ਉਲੀਕੇ ਜਾਂ ਤੁਸੀਂ ਜਿਹੜੇ ਉਲੀਕੇ, ਅਸੀਂ ਉਹਨਾਂ 'ਤੇ ਫੁੱਲ ਚੜ੍ਹਾਏ। ਅੱਜ ਤੱਕ ਜੋ ਜਥੇਬੰਦੀਆਂ ਨੇ ਕਿਹਾ ਅਸੀਂ ਉਹੀ ਕੀਤਾ। ਜਿਹੜੇ ਪ੍ਰੋਗਰਾਮ ਦਿੱਤੇ, ਚਾਹੇ ਉਹ ਰੇਲਾਂ ਰੋਕਣ ਦਾ ਸੀ, ਚਾਹੇ ਟੋਲ ਪਲਾਜ਼ੇ ਰੋਕਣ ਦਾ ਸੀ, ਚਾਹੇ ਘਰਾ ਸੀਗਾ ਮਿਨਿਸਟਰਾਂ ਦਾ, ਅਫਸਰਾਂ ਦਾ, ਵੱਡੇ ਲੀਡਰਾਂ ਦਾ, BJP ਵਾਲਿਆਂ ਦਾ, ਉਹ ਕੀਤਾ। ਦਿੱਲੀ ਜਾਣ ਦੀ ਵੀ ਕਾਲ ਸੀ, ਉਹ ਨੌਜਵਾਨੀ ਨੇ ਮੂਹਰੇ ਹੋ ਕੇ ਕੀਤੀ ਨਾ, ਆਪਦਾ ਫਰਜ਼ ਸਮਝਦੇ ਹੋਏ। ਚਲੋ ਹੈ ਵੀ ਸਾਡਾ ਫਰਜ਼ ਸੀ। ਹੁਣ ਜਦੋਂ ਇੱਕ ਮੋਰਚਾ ਐਸੀ ਸਥਿਤੀ 'ਚ ਆ ਗਿਆ ਵੀ ਜਦੋਂ ਅਸੀਂ ਆਪਣੀ ਜਿੱਤ ਦੇ ਬਿਲਕੁਲ ਨੇੜੇ ਹਾਂ, ਉਹ ਇੱਕ ਪ੍ਰੋਗਰਾਮ, ਚਲੋ ਕਿਸੇ ਚੀਜ਼ ਦੇ ਚੰਗੇ ਪੱਖ ਜਾਂ ਮਾੜੇ ਪੱਖ ਪਹਿਲਾਂ ਨਹੀਂ ਪਤਾ ਹੁੰਦਾ। ਮੈਂ ਵੀ ਇੱਕ ਇੰਟਰਵਿਊ 'ਚ ਕਿਹਾ ਸੀ ਵੀ 26 ਤਰੀਕ ਦੀ ਕਾਲ ਹੀ ਨਹੀਂ ਰੱਖਣੀ ਚਾਹੀਦੀ ਸੀ, 26 ਜਨਵਰੀ ਨੂੰ ਰੱਖਣਾ ਹੀ ਨਹੀਂ ਚਾਹੀਦਾ ਸੀ, ਕਿਉਂਕਿ ਇੱਕ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ, ਕਿੱਡਾ ਵੱਡਾ ਦਿਨ ਹੈ। ਪਰ ਚਲੋ ਇਹ ਜੇ ਪਹਿਲਾਂ ਆਪਾਂ ਨੂੰ ਪਤਾ ਹੋਵੇ ਵੀ ਇਹ ਚੀਜ਼ ਦਾ ਆਪਣੇ 'ਤੇ ਸਹੀ ਅਸਰ ਨਹੀਂ ਪਊਗਾ ਤਾਂ ਫਿਰ ਅਸੀਂ ਕਰੀਏ ਹੀ ਨਾ। ਕੀਤਾ ਤਾਂ ਉਹ ਭਲਾਈ ਦੇ ਲਈ ਸੀ, ਪਰ ਉੱਥੇ ਉਹ ਚੀਜ਼, ਉਹਦਾ ਨੈਗੇਟਿਵ ਇਫੈਕਟ ਸਾਡੇ 'ਤੇ ਪੈ ਗਿਆ, ਸਾਡੇ 'ਚ ਬਖਰੇਵੇਂ ਹੋ ਗਏ। ਪਰ ਕਦੋਂ ਕੁ ਤੱਕ ਅਸੀਂ ਉਹਨਾਂ ਚੀਜ਼ਾਂ ਬਾਰੇ ਹੀ ਟੀਕਾ ਟਿੱਪਣੀ ਕਰੀ ਜਾਵਾਂਗੇ? ਕਦੋਂ ਤੱਕ ਉਹਨਾਂ ਨੂੰ ਵਧਾਈ ਜਾਵਾਂਗੇ? ਨਾ, ਇਹ ਤਾਂ ਲੱਸੀ ਵਾਲਾ ਕੰਮ ਹੈ, ਇਹਦੇ 'ਚੋਂ ਨਿਕਲਣਾ ਕੁਛ ਨਹੀਂ, ਕੱਚੀ ਲੱਸੀ। ਇਹਨਾਂ ਨੂੰ ਪਿੱਛੇ ਛੱਡ ਕੇ ਜੋ ਹੋ ਗਿਆ, ਸਰਕਾਰ ਤਾਂ ਚਾਹੁੰਦੀ ਹੈ ਨਾ ਵੀ ਇਹ ਆਪਸ ਚੁਲਝੇ ਰਹਿਣ, ਅੱਗੇ ਵੋਟਾਂ ਵੀ ਆ ਰਹੀਆਂ ਨੇ, ਜੋ ਹੋ ਗਿਆ ਉਹਨੂੰ ਪਿੱਛੇ ਛੱਡ ਕੇ ਹੁਣ ਅੱਗੇ ਵਧਣ ਦੀ ਲੋੜ ਹੈ। ਹੁਣ ਅਗਲੀਆਂ ਰਣਨੀਤੀਆਂ ਦੀ ਲੋੜ ਹੈ। ਸਿੱਖ ਕੇ, ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਤੋਂ ਸਿੱਖ ਕੇ ਅੱਗੇ ਵਧਣ ਦੀ ਲੋੜ ਹੈ। ਜੋ ਪਿੱਛੇ ਹੋ ਗਿਆ, ਹੁਣ ਨੌਜਵਾਨੀ ਦਾ ਵੱਡਾ ਰੋਲ ਰਿਹਾ। ਹੁਣ ਨੌਜਵਾਨੀ ਕੀ ਮੰਗ ਕਰਦੀ ਹੈ ਵੀ ਸਾਡੇ ਜਿਹੜੇ ਆਗੂ ਨੇ, ਤੁਸੀਂ ਉਹਨਾਂ ਨੂੰ ਵਿੱਚ ਲੈ ਲਓ, ਤਾਂ ਉਹਨਾਂ ਨੂੰ ਲੈ ਲੈਣਾ ਚਾਹੀਦਾ। ਕਮੇਟੀ ਇੱਕ ਬਣ ਜਾਣੀ ਚਾਹੀਦੀ ਇੱਦਾਂ ਦੀ, ਜਿਹਦੇ 'ਚ ਨੌਜਵਾਨੀ ਆਪਦੀਆਂ ਮੰਗਾਂ ਜਾਂ ਆਪਦੇ ਪ੍ਰੋਗਰਾਮ ਤੁਹਾਡੇ ਨਾਲ ਡਿਸਕਸ ਕਰਕੇ, ਸਾਂਝੇ ਪ੍ਰੋਗਰਾਮ, ਇਹ ਨਹੀਂ ਹੈਗਾ ਵੀ ਅਸੀਂ ਆਪਦੇ ਲੱਗ ਰੱਖਾਂਗੇ, ਸਾਂਝੇ ਪ੍ਰੋਗਰਾਮ, ਜਿਵੇਂ ਅੱਜ ਇਸ ਸਟੇਜ ਤੋਂ ਇੱਕ ਸਾਂਝੀ ਭਾਈਵਾਲ ਦਾ ਸੰਕੇਤ ਗਿਆ, ਉਹ ਆਪਦੇ ਡਿਸਕਸ ਕਰਕੇ ਜਥੇਬੰਦੀਆਂ ਦੇ ਨਾਲ ਸਲਾਹ ਮਸ਼ਵਰਾ ਅੱਗੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅਗਲੇ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਗਰਾਮ ਲੀਕ ਸਕਣ। ਸੋ ਮਤਲਬ ਬੀਤੇ ਤੋਂ ਹੱਲ ਕੱਢਣ ਦੀ ਜਿਹੜੀ ਹੈਗੀ ਆ ਲੋੜ ਆ, ਪਿੱਛੇ ਵਾਲੇ ਨੂੰ ਭੁੱਲ ਕੇ ਹੁਣ ਅੱਗੇ ਵਧਣ ਦੀ ਲੋੜ ਹੈ ਸਾਨੂੰ। ਜੋ ਪਿੱਛੇ ਹੋ ਗਿਆ ਉਹਦੇ ਤੋਂ ਸਿੱਖ ਕੇ, ਜੋ ਸਾਡੇ ਤੋਂ ਗਲਤੀਆਂ ਹੋਈਆਂ ਨੇ ਉਹ ਦੁਬਾਰੇ ਨਾ ਹੋਣ। ਨੌਜਵਾਨੀ ਨੂੰ ਨਾਲ ਲੈ ਕੇ, ਜਿਹੜਾ ਯੂਥ ਡਿਮਾਂਡ ਕਰਦਾ ਹੈ ਕਿ ਸਾਨੂੰ ਆਹ ਬੰਦੇ ਚਾਹੀਦੇ ਨੇ, ਉਹਨਾਂ ਨੂੰ ਨਾਲ ਲੈ ਕੇ ਇੱਕ ਤਾਲਮੇਲ ਕਮੇਟੀ ਬਣਾ ਕੇ, ਚਾਹੇ ਉਹ ਉੱਤਰਾਖੰਡ ਵਾਲੇ ਨੇ, UP ਵਾਲੇ ਨੇ, ਪੰਜਾਬ ਵਾਲੇ ਨੇ, ਹਰਿਆਣੇ ਵਾਲੇ ਨੇ, ਗਾਉਣੇ ਵਾਲੇ ਨੇ, ਕਬੱਡੀ ਵਾਲੇ ਨੇ, ਨੌਜਵਾਨੀ ਜਿੱਥੇ ਆ ਗਈ, ਚਾਹੇ ਉਹ ਵਰਗ ਕੋਈ ਵੀ ਹੋਵੇ,
ਅੱਗੇ ਉਹਨਾਂ ਨੂੰ ਨਾਲ ਲੈ ਕੇ ਰਲ ਕੇ ਚੱਲਣਾ ਚਾਹੀਦਾ ਹੈ। ਤਾਂ ਜਿਹੜੀ ਜਿੱਤ ਹੈ ਉਹ ਯਕੀਨੀ ਹੈ, ਜਿੱਤ ਕਿਸਾਨੀ ਦੀ ਹੀ ਹੋਊਗੀ। ਹੋ ਸਕਦਾ ਹੈ ਗੌਰਮੈਂਟ ਨੂੰ ਇਹ ਲੱਗਦਾ ਕਿ ਅਸੀਂ ਇਹ ਸੰਘਰਸ਼ ਨੂੰ ਲੰਬਾ ਪਾ ਕੇ ਠੰਡਾ ਪਾ ਦਾਂਗੇ, ਪਰ ਇਦਾਂ ਦਾ ਕੁਝ ਵੀ ਨਹੀਂ ਹੋਣਾ। ਸਾਨੂੰ ਕਿਹਾ ਜਾਂਦਾ ਸੀ ਵੀ ਇਹ ਸੰਘਰਸ਼ ਇਕੱਲੇ ਪੰਜਾਬ ਦਾ ਹੈ, ਅਤੇ ਅੱਜ ਤਾਂ ਸਾਡੇ ਨਾਲ ਪੂਰੀ ਦੁਨੀਆ ਇਸ ਸੰਘਰਸ਼ 'ਚ, ਮੈਨੂੰ ਲੱਗਦਾ ਵੀ ਪੰਜਾਬ ਕੀ, ਹਰਿਆਣਾ ਕੀ, ਬੰਗਾਲ 'ਚ ਇਲੈਕਸ਼ਨ ਹੈ, ਉੱਥੇ ਵੀ ਕਿਸਾਨਾਂ ਦਾ ਕਿੱਡਾ ਭਰਮਾ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਰਿਸਪੌਂਸ ਰਿਹਾ। ਤਾਂ ਮੈਨੂੰ ਲੱਗਦਾ ਵੀ ਇਹ ਅੱਜ ਸਾਰੇ ਭਾਰਤ ਦਾ ਕੀ, ਸਾਰੀ ਦੁਨੀਆ ਇਸ ਸੰਘਰਸ਼ ਨਾਲ ਜੁੜ ਚੁੱਕੀ ਹੈ। ਇਹ ਇਕੱਲੇ ਪੰਜਾਬ ਦਾ ਜਾਂ ਇਕੱਲੇ ਹਰਿਆਣੇ ਦਾ ਨਹੀਂ। ਹੁਣ ਇਹ ਮਤਲਬ ਕਿਸਾਨਾਂ ਦਾ ਸੰਘਰਸ਼ ਹੈ। ਜਿਹੜੇ ਅਨਿਆਏ ਪਸੰਦ ਲੋਕ ਨੇ, ਜਿਹੜੇ ਨਿਆਂ ਪਸੰਦ ਲੋਕ ਨੇ, ਜਿਹੜੇ ਸ਼ਾਂਤੀ ਚਾਹੁੰਦੇ ਨੇ, ਇਹ ਉਹਨਾਂ ਦਾ ਸੰਘਰਸ਼ ਹੈ। ਆਪਦੇ ਹੱਕਾਂ ਲਈ ਲੜ ਰਹੇ ਲੋਕਾਂ ਦਾ ਸੰਘਰਸ਼ ਹੈ। ਸੋ ਇਹ ਜਿੱਤ ਹੈ ਜਿਹੜੀ ਯਕੀਨੀ, ਉਹ ਸੱਚ ਦੀ ਹੀ ਹੋਣੀ ਹੈ ਜੀ। ਜਸ ਹੁਣ ਤੱਕ 26 ਬੜੀ ਇੰਪੋਰਟੈਂਟ ਰਹੀ ਹੈ, ਚਾਹੇ ਅਸੀਂ 26 ਨਵੰਬਰ ਦੀ ਗੱਲ ਕਰਦੇ ਹਾਂ, 26 ਜਨਵਰੀ ਦੀ ਗੱਲ ਕਰਦੇ ਹਾਂ, ਅਤੇ ਹੁਣ ਫਿਰ 26 ਨੂੰ ਬੰਦ ਦਾ ਜਿਹੜਾ ਹੈਗਾ ਦਿੱਤਾ। ਹਾਲੇ ਤੱਕ ਚੱਕਾ ਜਾਮ ਕੀਤਾ ਜਾ ਰਿਹਾ ਸੀ, ਰੇਲਾਂ ਰੋਕੀਆਂ ਜਾ ਰਹੀਆਂ ਸੀਗੀਆਂ। ਸੋ ਕੀ ਹਮੇਸ਼ਾ ਕਲਾਕਾਰ ਭਾਈਚਾਰੇ ਨੇ ਬੜਾ ਭਰਵਾਂ ਉਹਨੂੰ ਸਪੋਰਟ ਕੀਤਾ ਹੈਗਾ, ਅਤੇ ਕੀ ਇਸ ਵਾਰ ਵੀ ਭਾਰਤ ਬੰਦ ਨੂੰ ਲੈ ਕੇ ਉਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਹੌਸਲੇ ਬੁਲੰਦ ਕਰਨ ਦੇ ਲਈ ਤਿਆਰ ਹੋ? ਬਿਲਕੁਲ। ਜਦੋਂ ਤੱਕ, ਮੈਂ ਤਾਂ ਉੱਥੇ ਵੀ ਕਹਿ ਕੇ ਆਇਆ ਵੀ ਜਦੋਂ ਤੱਕ ਸੰਘਰਸ਼ ਚੱਲੂਗਾ, ਪਹਿਲੇ ਦਿਨ ਵੀ ਕਿਹਾ ਸੀ ਵੀ ਨਾਲ ਹੀ ਡਟ ਕੇ ਖੜਾਂਗੇ। ਕਿਉਂਕਿ ਐਜ਼ ਐਨ ਕਲਾਕਾਰ ਨਹੀਂ, ਅਸੀਂ ਜ਼ਿਮੀਂਦਾਰ ਹਾਂ, ਅਸੀਂ ਕਿਸਾਨ ਹਾਂ। ਸਾਨੂੰ ਪਤਾ ਹੈ ਇਹਨਾਂ ਖੇਤਾਂ ਦੀ ਅਹਿਮੀਅਤ ਕੀ ਹੈ। ਸਾਨੂੰ ਪਤਾ ਸਾਡਾ ਕਿੱਦਾਂ ਇਹਨਾਂ ਖੇਤਾਂ ਨਾਲ ਕੋਈ ਅਸੀਂ ਰੁਜ਼ਗਾਰ ਦੇ ਤੌਰ 'ਤੇ ਨਹੀਂ ਜੁੜੇ ਹੋਏ, ਰੋਟੀ ਪਾਣੀ ਦੇ ਲਈ ਨਹੀਂ ਜੁੜੇ ਹੋਏ। ਚਲੋ ਉਹ ਤਾਂ ਹੈ ਹੀ ਹੈ, ਸਾਡਾ ਕਿੱਤਾ ਤਾਂ ਹੈ, ਪਰ ਅਸੀਂ ਇਮੋਸ਼ਨਲੀ ਵੀ ਬਹੁਤ ਜੁੜੇ ਹਾਂ। ਸਾਡੀਆਂ ਇਹਨਾਂ ਖੇਤਾਂ ਦੇ ਨਾਲ ਯਾਦਾਂ ਜੁੜੀਆਂ ਨੇ, ਮੋਟਰਾਂ ਦੇ ਨਾਲ, ਚਵੱਚੇ ਨੇ, ਔਲੂ ਨੇ, ਇਹ ਖੂਹਾਂ ਦੇ ਨਾਲ ਸਾਡਾ ਬਹੁਤ ਕੁਝ ਜੁੜਿਆ। ਸੋ ਅਸੀਂ ਇੱਦਾਂ ਨਹੀਂ ਹੈਗਾ ਵੀ ਕੋਈ ਵੀ ਅੱਜ ਗੌਰਮੈਂਟ ਦੀ ਕੋਈ ਨੀਤੀ ਬਣ ਗਈ ਕਿ ਪ੍ਰੋਗਰਾਮ ਬਣ ਗਿਆ ਵੀ ਹਾਂਜੀ ਇਹ ਕਾਰਪੋਰੇਟ ਨੂੰ ਦੇ ਦਿਓ ਤਾਂ ਅਸੀਂ ਲਿਜਾਣ ਦੇ ਦਾਂਗੇ। ਨਹੀਂ, ਕਦੇ ਵੀ ਇਹ ਪੋਸੀਬਲ ਨਹੀਂ। ਡਟ ਕੇ ਵਿਰੋਧ ਕਰਾਂਗੇ। ਸੰਯੁਕਤ ਮੋਰਚਾ ਜਾਂ ਸਾਡੇ ਜਿਹੜੇ ਆਗੂ ਸਾਹਿਬਾਨ ਨੇ, ਉਹ ਜਿਹੜਾ ਵੀ ਪ੍ਰੋਗਰਾਮ ਦੇਣਗੇ ਅਸੀਂ ਡਟ ਕੇ ਉਹਨਾਂ ਦੇ ਨਾਲ ਖੜਾਂਗੇ। ਚਾਹੇ ਉਹ ਭਾਰਤ ਬੰਦ ਦਾ ਹੋਵੇ, ਚਾਹੇ ਕੋਈ ਵੀ ਪ੍ਰੋਗਰਾਮ ਹੋਵੇ, ਜਦੋਂ ਜਿੱਥੇ ਵੀ ਸਾਨੂੰ ਡਿਊਟੀ ਸਾਡੀ ਲਾਈ ਜਾਊਗੀ, ਅਸੀਂ ਨਿੱਠ ਕੇ ਇਸ ਮੋਰਚੇ 'ਚ ਆਪਦਾ ਸਮਰਥਨ ਦੇਵਾਂਗੇ ਜੀ। ਜਸ ਇਹਨਾਂ ਦਿਨਾਂ ਦੇ ਵਿੱਚ ਜੇ ਪੰਜਾਬ 'ਚ ਦੇਖੀਏ ਤਾਂ ਸਿਆਸੀ ਹਵਾ ਵਗਣੀ ਸ਼ੁਰੂ ਹੋ ਗਈ ਹੈ। ਕਿਤੇ ਨਾ ਕਿਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ, ਰੈਲੀਆਂ, ਮੈਂ ਕਿਸਾਨ ਹਾਂ, ਸਿਆਸੀ ਆਗੂਆਂ ਦੇ ਵੱਲੋਂ ਕਹਿਣਾ। ਸੋ ਸਿਆਸੀ ਰੰਗ ਦੇਖਣ ਨੂੰ ਮਿਲ ਰਿਹਾ। ਬਤੌਰ ਕਲਾਕਾਰ ਸਭ ਤੋਂ ਪਹਿਲਾਂ ਇਸ ਅੰਦੋਲਨ ਦੇ ਵਿੱਚ ਤੁਸੀਂ ਨਿਤਰੇ ਸੀ, ਔਰ ਲੋਕਾਂ ਨੇ ਤੁਹਾਨੂੰ ਪਿਆਰ ਵੀ ਬਹੁਤ ਦਿੱਤਾ। ਅਤੇ ਕੀ ਕੋਈ ਸਿਆਸੀ ਪਾਸੇ ਵੱਲ ਜਾਣ ਦੀ ਕੋਈ ਪੇਸ਼ਕਸ਼ ਜਾਂ ਮਨ 'ਚ ਕੋਈ ਵਿਚਾਰ ਆਉਂਦਾ? ਕਿਉਂਕਿ ਲੋਕ ਹੁਣ ਆਪਣਾ ਮੰਨਦੇ ਆ, ਔਰ ਕਿਤੇ ਨਾ ਕਿਤੇ ਇੱਕ ਕਿਰਦਾਰ ਜਿਹੜਾ ਹੈ ਉਹ ਕਲਾਕਾਰਾਂ ਦਾ ਵੀ ਸਾਹਮਣੇ ਆਇਆ ਕਿ ਹਾਂ ਆਪਣੇ ਸਮਾਜ ਲਈ ਖਲੋਂਦੇ ਨੇ, ਖੜਦੇ ਨੇ। ਇੱਕ ਰਾਜਨੀਤਿਕ ਆਗੂ ਦੇ ਵਿੱਚ ਵੀ ਇਹੀ ਜਿਹੜੇ ਗੁਣ ਨੇ ਉਹ ਹੋਣੇ ਚਾਹੀਦੇ ਨੇ। ਕੁਛ ਇੱਦਾਂ ਦਾ ਵੀ ਮਨ ਦੇ ਵਿੱਚ ਚੱਲ ਰਿਹਾ ਹੈਗਾ? ਦੇਖੋ, ਮੈਨੂੰ ਲੱਗਦਾ ਵੀ ਜਿਹੜੀ ਸਮਾਜਿਕ ਚੇਤਨਾ ਹੁੰਦੀ ਹੈ, ਤੁਹਾਨੂੰ ਰਹਿਣਾ ਸਹਿਣਾ ਸਮਾਜ ਦੇ ਵਿੱਚ, ਸਮਾਜ ਦੇ ਨਾਲ ਚੱਲਣਾ ਆਉਣਾ ਚਾਹੀਦਾ। ਉਵੇਂ ਇੱਕ ਸਿਆਸਤੀ ਚੇਤਨਾ ਹੁੰਦੀ ਹੈ, ਪੋਲੀਟੀਕਲ ਇੱਕ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹਦੇ 'ਚ ਇਹ ਨਹੀਂ ਹੈਗਾ ਵੀ ਹਰ ਇੱਕ ਬੰਦੇ ਨੂੰ, ਹਰ ਇੱਕ ਨੌਜਵਾਨ ਨੂੰ, ਹਰ ਇੱਕ ਵਰਗ ਨੂੰ ਪੋਲੀਟੀਕਲੀ ਅਵੇਅਰ ਰਹਿਣਾ ਬਹੁਤ ਜ਼ਰੂਰੀ ਹੈ। ਇਹ ਮੈਨੂੰ ਲੱਗਦਾ ਵੀ ਥੋੜ੍ਹੀ ਜਿਹੀ ਗੱਲ ਲੰਬੀ ਹੋ ਜਾਣੀ ਹੈ। ਇਹ ਬਿੱਲਾਂ ਨੂੰ ਆਪਾਂ ਇਸ ਚੀਜ਼ ਨਾਲ ਜੋੜਾਂਗੇ ਜੇ ਸਾਨੂੰ ਸਾਡੇ ਹੱਕਾਂ ਦੇ ਖਾਤਰ, ਜੇ ਸਾਨੂੰ ਸਾਡੇ ਸਰਪੰਚ ਨੂੰ, ਪਿੰਡ ਦੀ ਜਿਹੜੀ ਪੰਚਾਇਤ ਹੁੰਦੀ ਆ ਉਹ ਸਭ ਤੋਂ ਛੋਟੀ ਸਿਆਸਤ ਮੰਨੀ ਜਾਂਦੀ ਹੈ, ਜੇ ਸਾਨੂੰ ਸਾਡੇ ਸਰਪੰਚ ਨੂੰ ਸਵਾਲ ਕਰਨੇ ਆ ਜਾਂਦੇ ਵੀ ਭਾਈ ਆ ਤੈਨੂੰ ਗ੍ਰਾਂਟ ਕਿੱਥੋਂ ਆਈ ਹੈ, ਇਹਦੇ 'ਤੇ ਕਿੰਨੇ ਪੈਸੇ ਤੂੰ ਪਿੰਡ 'ਤੇ ਲਾਏਗਾ, ਕਿੰਨੇ ਪੈਸੇ ਪਿੰਡ ਦੇ ਵਿਕਾਸ 'ਤੇ ਲਾਏਗਾ, ਕਿੰਨੇ ਪੈਸੇ ਪਿੰਡ ਦੇ ਭਲਾਈ ਦੇ ਕੰਮਾਂ 'ਤੇ ਲਾਏਗਾ, ਜੇ ਅਸੀਂ ਉਹਨੂੰ ਸਵਾਲ ਕਰਨੇ ਸ਼ੁਰੂ ਕਰ ਦਿੰਦੇ ਤਾਂ ਅੱਜ ਇਹ ਦਿਨ ਹੀ ਨਹੀਂ ਆਉਣੇ ਸੀ। ਸੋ ਪੋਲੀਟੀਕਲ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਵੀ ਜੇ ਅੱਜ ਮੈਂ ਗੱਲ ਕਰਦਾ, ਜੇ ਮੈਂ ਗੱਲ ਕਰ ਦੇਵਾਂ ਵੀ ਹਾਂ ਮੈਂ ਪੋਲੀਟੀਕਲ ਅਵੇਅਰ ਹਾਂ, ਤਾਂ ਲੋਕ ਕਹਿ ਦੇਣਗੇ, ਲੋਕ ਡਰਦੇ ਆ। ਮੈਨੂੰ ਪਹਿਲਾਂ ਸਫਾਈ ਦੇਣੀ ਪਊਗੀ ਵੀ ਨਹੀਂ ਮੈਂ ਸਿਆਸਤ 'ਚ ਨਹੀਂ ਜਾਣਾ ਜੀ, ਮੈਂ ਤਾਂ ਉੱਦਾਂ ਇਸ ਸੰਘਰਸ਼ ਦੇ ਨਾਲ ਖੜਾ। ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾ ਰਹੇ, ਔਰ ਉਹ ਸਿਆਸਤ ਨੂੰ ਜ਼ਿੰਦਗੀਆਂ ਬਦਲਣ ਵਾਲੀ, ਸਮਾਜ ਬਦਲਣ ਵਾਲੀ ਕਹਿੰਦੇ ਸੀ, ਉਹ ਸਿਆਸਤ ਨੂੰ ਚੰਗਾ ਮੰਨਦੇ। ਬਿਲਕੁਲ, ਮੈਂ ਸਿਆਸਤ ਕੋਈ ਮਾੜੀ ਚੀਜ਼ ਨਹੀਂ। ਮੈਂ ਉਹੀ ਗੱਲ 'ਤੇ ਆਉਣ ਲੱਗਾ ਵੀ ਜੇ ਮੈਂ ਅੱਜ ਗੱਲ ਵੀ ਕਰਨੀ ਹੋਵੇ ਤਾਂ ਕੈਮਰੇ 'ਤੇ ਮੈਨੂੰ 3 ਵਾਰੀ ਸਫਾਈ ਦੇਣੀ ਪਊਗੀ। ਨਹੀਂ ਮੈਂ ਵੋਟਾਂ 'ਚ ਨਹੀਂ ਖੜਨਾ। ਸਿਆਸਤ ਦਾ ਮਤਲਬ ਕੋਈ ਵੋਟਾਂ 'ਚ ਹੀ ਖੜਨਾ ਨਹੀਂ ਹੈਗਾ, ਕੋਈ MLA ਜਾਂ MP ਬਣਨਾ ਹੀ ਨਹੀਂ ਹੈਗਾ। ਤੁਹਾਡੇ ਦੇਖੋ, ਮੈਂ ਤੁਹਾਨੂੰ ਦੱਸਦਾ ਪ੍ਰੋਬਲਮ ਕਿੱਥੇ ਹੈ। ਹੁਣ ਵੋਟਾਂ ਆ ਜਾਣੀਆਂ ਨੇ ਅੱਗੇ, ਹਰ ਇੱਕ ਵਰਗ 'ਚ ਆਪਦੀਆਂ ਪਾਰਟੀਆਂ ਨੇ ਆਪਦੇ ਨੁਮਾਇੰਦੇ ਖੜ੍ਹੇ ਕਰ ਦੇਣੇ ਨੇ, ਪਰ ਕੁਛ ਲੋਕ ਵਿੱਚ ਇੱਦਾਂ ਦੇ ਵੀ ਆਜ਼ਾਦ ਕੈਂਡੀਡੇਟ ਖੜ੍ਹਦੇ ਆ ਜਿਹੜੇ ਤੁਹਾਡੀਆਂ ਰਵਾਇਤੀ ਪਾਰਟੀਆਂ ਦੇ ਬੰਦੇ ਖੜ੍ਹੇ ਹੁੰਦੇ ਆ, ਉਹਨਾਂ ਦੇ ਕੱਚੇ ਚਿੱਠੇ ਫੋਲਦੇ ਆ ਵੀ ਭਾਈ ਆਹ ਬੰਦੇ ਨੇ ਇੱਥੇ ਕਰਪਸ਼ਨ ਕੀਤੀ ਆ, ਇਹ ਕਰਪਟ ਹੈ, ਇਹ ਭਾਈ ਆਹ ਫਲਾਣੀ ਪਾਰਟੀ ਦਾ ਇਹਨੇ ਉਦੋਂ ਆਹ ਕੀਤਾ ਸੀ, ਇਹ ਬੰਦਾ ਤੁਹਾਡੇ ਲਈ ਵਧੀਆ ਨਹੀਂ ਹੈਗਾ। ਉਹ ਸੱਚ ਦਾ ਹੋਕਾ ਲੈ ਕੇ ਇੱਕ ਆਜ਼ਾਦ ਉਮੀਦਵਾਰ ਦੁਹਾਈ ਪਾਉਂਦਾ ਬਹੁਤ,
ਪਰ ਉਹਨੂੰ ਮਿਲਦਾ ਕੀ ਐਂਡ 'ਚ ਉਹਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ ਵਿਚਾਰੇ ਦੀ। ਸੱਚ ਬੋਲਣ ਦਾ ਉਹਨੂੰ ਇੰਨਾ ਖਮਿਆਜਾ ਭੁਗਤਣਾ ਪੈਂਦਾ। ਲੋਕ ਅਵੇਅਰ ਨਹੀਂ। ਜਦੋਂ ਤੱਕ ਪਹਿਲੀ ਗਲਤੀ ਲੋਕਾਂ ਦੀ ਵੀ ਹੈ, ਜਦੋਂ ਤੱਕ ਅਸੀਂ ਇਹੀ ਸੋਚ ਕੇ ਵੋਟਾਂ ਪਾਈ ਜਾਵਾਂਗੇ ਵੀ ਐਮਐਲਏ ਸਾਡੇ ਭੋਗ ਤੇ ਆ ਜਾਵੇ ਜਾਂ ਐਮਐਲਏ ਮੇਰੇ ਰਾਈਫਲ ਦਾ ਲਾਇਸੈਂਸ ਬਣਾ ਦੇਵੇ, ਐਮਐਲਏ ਸਾਡੇ ਵਿਆਹ ਤੇ ਆ ਜਾਵੇ, ਤਾਂ ਐਮਐਲਏ ਕਦੇ ਵੀ ਕੰਮ ਨਹੀਂ ਕਰੂਗਾ। ਜਦੋਂ ਤੱਕ ਤੁਸੀਂ ਉਹਨੂੰ ਸਵਾਲ ਕਰਨਾ ਨਹੀਂ ਸ਼ੁਰੂ ਕਰੋਗੇ ਤੁਹਾਨੂੰ, ਜਦੋਂ ਤੱਕ ਤੁਸੀਂ ਉਹਦੇ ਤੋਂ ਇਹ ਨਹੀਂ ਪੁੱਛੋਗੇ ਵੀ ਭਾਈ ਤੈਨੂੰ ਅਸੀਂ ਵੋਟਾਂ ਤਾਂ ਪਾਈਆਂ ਨੇ, ਤੂੰ ਦੱਸ ਹਲਕੇ ਦੇ ਡਿਵੈਲਪਮੈਂਟ ਲਈ ਕੀ ਕੀਤਾ, ਤੂੰ ਕਿਹੜੇ ਨਵੇਂ ਪ੍ਰੋਜੈਕਟ ਲੈ ਕੇ ਆਇਆ, ਤੂੰ ਸਿੱਖਿਆ ਲਈ ਕੀ ਕੀਤਾ, ਤੂੰ ਸਿਹਤ ਲਈ ਕੀ ਕੀਤਾ। ਅਸੀਂ ਤਾਂ ਸੁਸਰੀ ਵਾਂਗੂ ਡਰ ਜਾਂਦੇ ਹਾਂ ਜਦੋਂ ਕਿਤੇ ਐਮਐਲਏ ਨੇ ਇੱਥੇ ਖੜਾ ਵੀ ਹੋਵੇ। ਸਵਾਲ ਕਰਨਾ ਤਾਂ ਬਹੁਤ ਵੱਡੀ ਗੱਲ ਹੈ। ਇਸ ਤਾਂ ਉਹਦੇ ਕੋਲ ਕਦੇ ਦੇਖ ਲੈਂਦੇ ਸੈਲਫੀ ਖਿਚਾ ਲਈਏ ਉਹਦੇ ਨਾਲ, ਕਦੇ ਫੋਟੋ ਖਿਚਾ ਲਈਏ, ਜਾਂ ਉਹਦੀ ਜੀ ਹਜ਼ੂਰੀ 'ਚ ਕਦੇ ਉਹਨੂੰ ਬਦਾਮ ਖਿਲਾ ਦਈਏ, ਕਦੇ ਉਹਨੂੰ ਰੈੱਡ ਬੁੱਲ ਪਿਲਾ ਦਈਏ। ਅਸੀਂ ਤਾਂ ਜੀ ਹਜ਼ੂਰੀ 'ਚ ਲੱਗ ਜਾਂਦੇ ਹਾਂ। ਇਹ ਐਮਐਲਏ ਦਾ ਇਹ ਕੰਮ ਨਹੀਂ ਹੈਗਾ ਕਿ ਅਸੀਂ ਉਹਨੂੰ ਵਿਆਹਾਂ 'ਤੇ, ਚਲੋ ਠੀਕ ਆ ਉਹ ਤੁਹਾਡਾ ਪਰਸਨਲ ਹੈ, ਤੁਸੀਂ ਕਿਸੇ ਨੂੰ ਵੀ ਬੁਲਾਓ ਨਾ ਬੁਲਾਓ। ਅਸੀਂ ਉਹਨੂੰ ਵਿਕਾਸ ਦੇ ਲਈ ਚੁਣਿਆ। ਉਹਨੂੰ ਅਸੀਂ ਉਹਦਾ ਰਿਪੋਰਟ ਕਾਰਡ ਨੂੰ ਪੁੱਛੀਏ ਵੀ ਤੂੰ ਭਾਈ ਇਹ ਇੰਨੇ ਸਾਲਾਂ 'ਚ ਕੀਤਾ ਕੀ ਹੈ। ਜਦੋਂ ਤੱਕ ਤੁਸੀਂ ਪੋਲੀਟੀਕਲੀ ਅਵੇਅਰ ਨਹੀਂ ਹੈਗੇ, ਜਦੋਂ ਤੱਕ ਤੁਹਾਨੂੰ ਸਵਾਲ ਨਹੀਂ ਕਰਨੇ ਆਉਂਦੇ, ਪਹਿਲੀ ਗਲਤੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਲੋਕਾਂ ਦੀ ਹੈ। ਜਦੋਂ ਤੱਕ ਲੋਕਾਂ 'ਚ ਬਦਲਾਅ ਨਹੀਂ ਆਊਗਾ, ਇਹ ਲੋਕ ਸਾਨੂੰ ਲੁੱਟਣਗੇ। ਇੱਕ ਦੁੱਧ ਦੀ ਰਾਖੀ ਜੇ ਬਿੱਲੀ ਨੂੰ ਬਿਠਾ ਦਈਏ ਤਾਂ ਉਹਦੇ 'ਚ ਬਿੱਲੀ ਦਾ ਕੋਈ ਕਸੂਰ ਨਹੀਂ, ਉਹਦਾ ਤਾਂ ਕੰਮ ਹੈ, ਉਹਨੇ ਪੀਣਾ ਹੀ ਹੈ। ਕਿਤੇ ਨਾ ਕਿਤੇ ਤੁਹਾਨੂੰ ਅਵੇਅਰ ਹੋਣਾ ਪੈਣਾ ਲੋਕਾਂ ਨੂੰ ਪਹਿਲ ਦੇ ਤੌਰ 'ਤੇ। ਗਲਤੀ ਪਹਿਲੀ ਲੋਕਾਂ ਦੀ ਹੈ। ਜਿਸ ਦਿਨ ਇਹ ਅਵੇਅਰ ਹੋ ਗਏ ਉਸ ਦਿਨ ਇਹ ਸਮਾਜ ਦੀ ਕਲਪਨਾ ਹੀ ਹੋਰ ਤਰ੍ਹਾਂ ਦੀ ਹੋ ਜਾਊਗੀ। ਸਮਾਜ ਨਵੇਂ ਸਿਰੇ ਤੋਂ ਸਿਰਜਿਆ ਜਾਊਗਾ। ਹਰ ਇੱਕ ਬੰਦਾ ਆਪਦੇ ਹੱਕਾਂ ਦੀ ਗੱਲ ਕਰੂਗਾ ਤੇ ਇਹ ਇਦਾਂ ਦੇ ਜਿਹੜੇ ਬਿੱਲ ਬਣੇ ਨੇ, ਗੌਰਮੈਂਟਾਂ 'ਚ ਡਰ ਪੈਦਾ ਹੋ ਜਾਊਗਾ ਵੀ ਨਹੀਂ ਵੀ ਲੋਕ ਅਵੇਅਰ ਨੇ, ਆਪਾਂ ਇਦਾਂ ਦਾ ਕੁਝ ਨਹੀਂ ਕਰ ਸਕਦੇ। ਕੱਲ੍ਹ ਨੂੰ ਜਦੋਂ ਜਾਵਾਂਗੇ ਤਾਂ ਜਵਾਬ ਦੇਣਾ ਪੈਣਾ। ਤਾਂ ਰਹਿ ਗਈ ਗੱਲ ਪੋਲੀਟੀਕਲੀ ਅਵੇਅਰਨੈਸ ਦੀ, ਤਾਂ ਇਸ ਸੰਘਰਸ਼ ਦੇ ਵਿੱਚ ਡਟ ਕੇ ਜਦੋਂ ਤੱਕ ਸਾਡਾ ਪਹਿਲਾ ਮੰਤਵ ਇਹ ਹੈ ਕਿ ਇਹ ਸੰਘਰਸ਼ ਅਸੀਂ ਜਿੱਤੀਏ ਤੇ ਇਹਨਾਂ ਬਿੱਲਾਂ ਨੂੰ ਰੱਦ ਕਰਾਈਏ, ਦੁਬਾਰੇ ਆਪਣੇ ਖੇਤਾਂ 'ਚ ਆਈਏ। ਦੂਜੀ ਗੱਲ, ਆਉਣ ਵਾਲੇ ਦਿਨਾਂ 'ਚ ਜੋ ਮੈਨੂੰ ਲੱਗਦਾ ਵੀ ਜਿਹੜੇ ਇਸ ਸੰਘਰਸ਼ 'ਚੋਂ ਚੰਗੇ ਲੀਡਰ ਨਿਕਲਣੇ ਚਾਹੀਦੀ ਹੈ, ਜਿਹੜੇ ਲੋਕ ਪੋਲੀਟੀਕਲੀ ਅਵੇਅਰ ਨੇ, ਜਿਹੜੇ ਚੰਗੀ ਸਿਆਸਤ ਦੀ ਗੱਲ ਕਰਦੇ ਨੇ, ਚੰਗੇ ਸਮਾਜ ਦੀ ਕਲਪਨਾ ਕਰਨਾ ਚਾਹੁੰਦੇ ਆ। ਬਹੁਤ ਨਵੇਂ ਮੁੰਡੇ ਨੇ ਜਿਹੜੇ ਮੈਂ ਜਦੋਂ ਸੁਣਦਾ ਬਹੁਤ ਵਧੀਆ ਬੋਲਦੇ ਆ। ਉਹਨਾਂ ਨੂੰ ਅੱਗੇ ਆਉਣ ਦਾ ਮੈਨੂੰ ਲੱਗਦਾ ਵੀ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਪਰਸਨਲੀ ਲੋਕਾਂ ਨੂੰ ਵੀ ਚਾਹੀਦਾ ਵੀ ਜਿਹੜਾ ਤੁਹਾਡੇ ਹਲਕੇ ਦਾ ਕੋਈ ਮੁੰਡਾ ਉੱਠਿਆ ਨਵਾਂ ਜਿਹੜਾ ਵਧੀਆ ਬੋਲਦਾ, ਉਹਦੀ ਤੁਹਾਨੂੰ ਸਪੋਰਟ ਕਰਨੀ ਚਾਹੀਦੀ ਹੈ, ਉਹਦੇ ਨਾਲ ਰਲ ਕੇ ਚੱਲਣਾ ਚਾਹੀਦਾ, ਉਹਨੂੰ ਅੱਗੇ ਕਰਨਾ ਚਾਹੀਦਾ। ਸਾਡੇ ਉਲਟ ਇਹ ਹੁੰਦਾ ਜਿਹੜਾ ਚੰਗਾ ਬੁਲਾਰਾ ਬਣਦਾ ਉਹਦੇ ਤੋਂ ਇੰਨੀ ਜੈਲਸੀ ਕਰਨ ਲੱਗ ਜਾਂਦੇ ਨੇ, ਉਹਨਾਂ ਨੂੰ ਇਹ ਲੱਗਦਾ ਵੀ ਯਾਰ ਇਹ ਕਿਤੇ ਗਾਂਹ ਹੀ ਨਾ ਲੰਘ ਜੇ। ਇਹ ਪ੍ਰੋਬਲਮ ਜਦੋਂ ਤੱਕ ਸਾਡੇ 'ਚ, ਜਦੋਂ ਤੱਕ ਅਸੀਂ ਇਸ ਪ੍ਰੋਬਲਮ ਨਾਲ ਨਹੀਂ ਨਜਿੱਠਦੇ, ਇਹ ਚੀਜ਼ਾਂ ਕਮੀਆਂ ਦੂਰ ਨਹੀਂ ਕਰਦੇ, ਉਦੋਂ ਤੱਕ ਕੁਝ ਵੀ ਨਹੀਂ ਹੋਊਗਾ। ਜਦੋਂ ਤੱਕ ਆਪਾਂ ਇੱਕ ਦੂਜੇ ਨਾਲ ਰਲ ਕੇ ਚੱਲਾਂਗੇ, ਚੰਗੀਆਂ ਲੋਕਾਂ ਦਾ ਸਾਥ ਦੇਵਾਂਗੇ, ਤਾਂ ਮੈਨੂੰ ਲੱਗਦਾ ਵੀ ਇਹ ਲੀਡਰਾਂ ਦੀ ਕੋਈ ਐਡੀ ਪਾਵਰ ਜਾਂ ਐਡੀ ਸਰਕਾਰਾਂ ਦੀ ਜ਼ਰੂਰਤ ਨਹੀਂ ਵੀ ਉਹ ਸਾਡੇ ਤੇ ਐਸੇ ਕਾਲੇ ਕਾਨੂੰਨ ਬਣਾ ਕੇ ਸਾਡੇ ਤੇ ਥੋਪ ਸਕਣ। ਸੋ ਪੋਲੀਟੀਕਲੀ ਅਵੇਅਰ ਰਹਿਣਾ ਸਭ ਨੂੰ ਬਹੁਤ ਜ਼ਰੂਰੀ ਹੈ। ਸਿਆਸਤ ਦੀ ਸਮਝ ਹੋਣੀ ਜ਼ਰੂਰੀ ਹੈ। ਤੁਸੀਂ ਟਾਈਮ 'ਤੇ ਆਪਦੇ ਹਲਕੇ 'ਚ ਜਾਂ ਸਰਕਾਰਾਂ ਨੂੰ ਸਵਾਲ ਕਰੋ ਤਾਂ ਉਹਨਾਂ ਦੇ ਦਿਲ 'ਚ ਡਰ ਰਹੂਗਾ। ਮੈਨੂੰ ਲੱਗਦਾ ਇਕੱਲੇ ਮੈਨੂੰ ਨਹੀਂ, ਸਭ ਨੂੰ ਅਵੇਅਰ ਰਹਿਣਾ ਚਾਹੀਦਾ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ।